is a Red FM podcast. ਤੇ ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੇਰੇ ਨਾਲ ਡਾਕਟਰ ਜ਼ਾਹਿਦ ਰਫੀਕ ਸਾਹਿਬ ਸ਼ਾਮਲ ਹੋ ਰਹੇ ਨੇ ਜੀ। ਮੈਂ ਥੋੜ੍ਹੀ ਜਿਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਡਾਕਟਰ ਜ਼ਾਹਿਦ ਰਫੀਕ ਫੈਮਿਲੀ ਫਿਜ਼ੀਸ਼ੀਅਨ ਨੇ ਅਤੇ ਨਾਲ ਦੀ ਨਾਲ ਉਹ ਟਰਾਂਸ ਕੈਨੇਡਾ ਮੈਡੀਕਲ ਸੈਂਟਰ ਦੇ ਵਿੱਚ ਬੈਠਦੇ ਨੇ। ਮੈਂਬਰ ਨੇ ਉਹ ਬੋਰਡ ਆਫ ਟਰਸਟੀਜ਼ ਦੇ MDI ਮੈਡੀਕਲ ਡਾਕਟਰਸ ਇੰਟਰਨੈਸ਼ਨਲ ਦੇ ਨਾਲ ਜੁੜੇ ਹੋਏ ਨੇ ਅਤੇ ਇੰਟਰਨੈਸ਼ਨਲ ਮੈਡੀਕਲ ਗ੍ਰੈਜੂਏਟਸ ਦੇ ਨਾਲ ਇਹ ਫਾਰਮ ਹੋਈ ਹੈ ਸੰਸਥਾ। ਆਪਾਂ ਇਹਦੇ ਬਾਰੇ ਵਿੱਚ ਵੀ ਗੱਲਬਾਤ ਕਰਾਂਗੇ। ਅੱਜ ਦੀ ਗੱਲ ਸਾਡੀ ਫੈਮਿਲੀ ਫਿਜ਼ੀਸ਼ੀਅਨ ਦੀ ਸਾਨੂੰ ਜ਼ਰੂਰਤ ਕੀ ਹੈ, ਕਿਵੇਂ ਅਸੀਂ ਆਪਣਾ ਡਾਕਟਰ ਚੁਣ ਸਕਦੇ ਹਾਂ, ਕੀ ਡਾਕਟਰ ਬਦਲਿਆ ਜਾ ਸਕਦਾ ਹੈ, ਆਪਣੀ ਸਿਹਤ 'ਤੇ ਅਸੀਂ ਆਪ ਮਾਲਿਕ ਕਿਵੇਂ ਹੋ ਸਕਦੇ ਹਾਂ। ਇਹਨਾਂ ਸਾਰੀਆਂ ਬੇਸਿਕ ਜਿਹੜੀਆਂ ਗੱਲਾਂ ਬਹੁਤ ਆਸਾਨ ਲੱਗਦੀਆਂ ਨੇ ਸੁਣਨ ਨੂੰ, ਦੇਖਣ ਨੂੰ, ਪਰ ਸਾਨੂੰ ਪਤਾ ਨਹੀਂ ਹੁੰਦਾ। ਇਹਦੇ ਬਾਰੇ ਵਿੱਚ ਅੱਜ ਗੱਲਬਾਤ ਕਰਾਂਗੇ। ਸਾਡੀ ਰਿਕੁਐਸਟ ਐਕਸੈਪਟ ਕੀਤੀ ਹੈ। ਡਾਕਟਰ ਜ਼ਾਹਿਦ ਰਫੀਕ ਸਾਹਿਬ ਨੇ ਮੇਰੇ ਨਾਲ ਟੈਲੀਫੋਨ ਲਾਈਨ 'ਤੇ ਸ਼ਾਮਲ ਹੋ ਚੁੱਕੇ ਨੇ ਜੀ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਜ਼ਾਹਿਦ ਰਫੀਕ ਸਰ, ਵੈਰੀ ਗੁੱਡ ਮਾਰਨਿੰਗ, ਵੈਲਕਮ, ਸਵਾਗਤ ਸਰ। ਥੈਂਕ ਯੂ ਜੀ ਸ਼ਨਾਗਰ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ ਮੈਨੂੰ ਇਨਵਾਈਟ ਕਰਨ ਦਾ। ਅਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਨਾਜ਼ਰੀਨ ਨੂੰ ਅਤੇ ਸੁਣਨ ਵਾਲਿਆਂ ਨੂੰ। ਅਸਲਾਮ ਅਲੈਕੁਮ, ਨਮਸਤੇ। ਅਤੇ ਜਿਸ ਤਰ੍ਹਾਂ ਤੁਸੀਂ ਮੈਨਸ਼ਨ ਕੀਤਾ ਹੈ ਕਿ ਇਹ ਤਾਂ ਛੋਟੀ ਜਿਹੀ ਗੱਲ ਲੱਗਦੀ ਹੈ ਕਿ ਫੈਮਿਲੀ ਡਾਕਟਰ ਹੁੰਦੇ ਕੀ ਨੇ ਅਤੇ ਜ਼ਰੂਰਤ ਵੀ ਹੈ ਕਿਸੇ ਨੂੰ ਫੈਮਿਲੀ ਡਾਕਟਰ ਬਣਾਉਣ ਦੀ ਕਿ ਨਹੀਂ, ਲੇਕਿਨ ਇਸ ਬਹੁਤ ਇੰਪੋਰਟੈਂਟ ਗੱਲ ਹੈ। ਇਹ ਬਹੁਤ ਹੀ ਜ਼ਰੂਰੀ ਹੈ ਕਿ ਆਪਾਂ ਇੱਥੇ ਕੈਨੇਡਾ ਵਿੱਚ ਸਿਸਟਮ ਜਿਹੜਾ ਹੈ ਕੈਨੇਡਾ ਦਾ, ਬਲਕਿ ਫੈਮਿਲੀ ਮੈਡੀਸਨ ਤੇ ਸ਼ੁਰੂ ਹੀ ਇੱਥੋਂ ਹੋਈ ਸੀ। ਜੀ ਕੈਨੇਡਾ ਨੇ ਸ਼ੁਰੂ ਕੀਤੀ ਸੀ। ਇਸ ਦਾ ਮਕਸਦ ਹੈ ਕਿ ਇੱਕ ਤੁਹਾਡਾ ਇੱਕ ਸੋਰਸ ਹੋਏ ਜਿਸ ਦੇ ਨਾਲ ਤੁਹਾਡਾ ਡਾਇਰੈਕਟ ਕੰਟੈਕਟ ਹੋਏ ਉਸਨੂੰ, ਤਾਂ ਕਿ ਨਾਂ ਵੀ ਦੇਖੋ ਨਾ ਕਿ ਨਾਂ ਫੈਮਿਲੀ ਫਿਜ਼ੀਸ਼ੀਅਨ। ਫੈਮਿਲੀ ਫਿਜ਼ੀਸ਼ੀਅਨ ਮੀਨਸ ਕਿ ਤੁਹਾਡਾ ਆਪਣਾ ਫਿਜ਼ੀਸ਼ੀਅਨ ਹੈਗਾ ਜਿਸ ਦੇ ਨਾਲ ਤੁਸੀਂ ਖੁੱਲ ਕੇ ਗੱਲ ਕਰ ਸਕਦੇ ਹੋ। ਇਟਸ ਅ ਟਰਸਟ ਦਾ ਰਿਲੇਸ਼ਨਸ਼ਿਪ ਹੁੰਦਾ ਹੈ। ਜੀ ਤੁਸੀਂ ਜਾਣਦੇ ਹੋ, ਡਾਕਟਰ ਸਾਹਿਬ ਨੂੰ ਮਿਲਦੇ ਹੋ, ਤੇ ਉਹ ਨਹੀਂ ਕਿ ਤੁਸੀਂ ਇੱਕ ਵਾਰੀ ਜਾਓ ਤੇ ਤੁਹਾਡਾ ਫੈਮਿਲੀ ਡਾਕਟਰ ਬਣ ਜਾਏ। ਤੁਸੀਂ ਜਾਓ, ਉਹਨਾਂ ਦੇ ਨਾਲ ਗੱਲਬਾਤ ਕਰੋ, ਦੇਖੋ, ਸਮਝੋ। ਅਗਰ ਤੇ ਕਲਿੱਕ ਕਰਦਾ ਹੈ, ਕਲਿੱਕ ਕਰਨ ਦੀ ਤੁਹਾਨੂੰ ਪਤਾ ਹੀ ਸੋਚਣ ਕਿ ਤੁਹਾਡੇ ਨਾਲ ਮਜ਼ਾਜ ਮਿਲਦਾ ਹੈ, ਡਾਕਟਰ ਤੁਹਾਨੂੰ ਲੱਛਣ ਕਰ ਰਿਹਾ ਹੈ। ਇਸੇ ਤਰ੍ਹਾਂ ਡਾਕਟਰ ਦਾ ਵੀ ਉਹ ਵੀ ਇਹਨਾਂ ਦੀ ਚੋਇਸ ਹੁੰਦੀ ਹੈ ਕਿ ਹਾਂ ਜੀ ਇਹ ਪੇਸ਼ੈਂਟ ਠੀਕ ਹੈ, ਮਰਜ਼ੀ ਮੁਤਾਬਿਕ ਫੋਲੋ ਕਰੇਗਾ ਇੰਸਟਰਕਸ਼ਨ ਕਿ ਨਹੀਂ, ਦੋਵੇਂ ਡਿਸਾਈਡ ਕਰਦੇ ਨੇ। ਫਿਰ ਤੁਸੀਂ ਯੂ ਐਗਰੀ ਕਿ ਹਾਂ ਜੀ ਆਈ ਐਮ ਯੋਰ ਫੈਮਿਲੀ ਡਾਕਟਰ। ਅਤੇ ਫੈਮਿਲੀ ਡਾਕਟਰ ਦਾ ਮਕਸਦ ਹੈ ਕਿ ਤੁਸੀਂ ਤੁਹਾਡੀ ਡੇ ਟੂ ਡੇ ਦੀ ਜ਼ਰੂਰਤ ਜਿਹੜਾ ਹੈ ਨਾ ਤੁਸੀਂ ਰਜਿਸਟਰ ਕਰ ਲੈਂਦੇ ਹੋ ਡਾਕਟਰ ਦੇ ਨਾਲ। ਜਿਸ ਤਰ੍ਹਾਂ ਸਪੈਸ਼ਲੀ ਹੁਣੇ ਦੇਖੋ ਕੋਵਿਡ ਦੇ ਜਿਹੜਾ ਹੁਣ ਕਲੀਨਿਕ ਬੰਦ ਹੋ ਗਏ, ਤੁਸੀਂ ਜਾ ਨਹੀਂ ਸਕਦੇ ਕਲੀਨਿਕ, ਤੁਹਾਡਾ ਅਗਰ ਫੈਮਿਲੀ ਡਾਕਟਰ ਹੈ ਤੁਸੀਂ ਕਾਲ ਕਰਕੇ ਨਾ ਫੋਨ ਤੇ ਗੱਲ ਕਰਦੇ ਸੋ। ਤੇ ਅਸੀਂ ਸਾਰੇ ਹੁਣ ਪੂਰੇ ਕੋਵਿਡ ਦੇ ਦਰਮਿਆਨ ਫੋਨ ਕਾਲਾਂ ਹੁੰਦੀਆਂ ਸਨ। ਤੁਹਾਨੂੰ ਪਤਾ ਤੁਸੀਂ ਕਿਸ ਦੇ ਨਾਲ ਗੱਲ ਕਰ ਰਹੇ ਹੋ, ਤੁਹਾਡਾ ਆਪਣਾ ਡਾਕਟਰ ਹੈਗਾ ਜਿਸ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ। ਤੇ ਬਸ ਸਾਡੀ ਕਮਿਊਨਿਟੀ ਵਾਸਤੇ ਬਹੁਤ ਹੀ ਜ਼ਰੂਰੀ ਇਸ ਤਰ੍ਹਾਂ ਬਣਦਾ ਹੈ ਕਿ ਅਸੀਂ ਆਏ ਹਾਂ ਬਾਹਰੋਂ, ਠੀਕ ਹੈ ਜੀ, ਅਸੀਂ ਇੱਥੇ ਵਸੇ ਹਾਂ ਆ ਕੇ ਕੈਨੇਡਾ ਵਿੱਚ। ਕੈਨੇਡਾ ਦਾ ਸਿਸਟਮ, ਕਈ ਲੋਕ ਤੇ 10-10 ਸਾਲ 20-20 ਸਾਲ ਤੋਂ ਹੈ ਨੇ ਕੈਨੇਡਾ ਵਿੱਚ, ਲੇਕਿਨ ਸਟਿਲ ਫੈਮਿਲੀ ਡਾਕਟਰ ਕੋਈ ਨਹੀਂ ਉਹਨਾਂ ਕੋਲ। ਇਸ ਵਾਸਤੇ ਕਿ ਕਿਉਂਕਿ ਬੈਕ ਹੋਮ ਜਿਹੜਾ ਹੈ ਨਾ ਸਪੈਸ਼ਲਿਸਟ ਕਲਚਰ ਹੈਗਾ ਜੀ। ਤੁਸੀਂ ਜਾਣਦੇ ਹੋ ਗਲਾ ਖਰਾਬ ਹੋਇਆ, ਤੁਸੀਂ ਉੱਠ ਕੇ ENT ਡਾਕਟਰ ਕੋਲ ਚਲੇ ਜਾਂਦੇ ਹੋ, ਗਲੇ ਨੋਜ਼ ਥਰੋਟ ਦੇ ਡਾਕਟਰ ਕੋਲ। ਪੇਟ ਹੀ ਦਰਦ ਹੋਇਆ, ਤੁਸੀਂ ਗੈਸਟ੍ਰੋਐਂਟਰੋਲੋਜਿਸਟ ਦੇ ਕੋਲ ਚਲੇ ਜਾਂਦੇ ਹੋ। ਉਹਨਾਂ ਨੇ ਜਿਹੜਾ ਦੇਖਣਾ ਹੈ ਬਸ ਉਸੇ ਆਪਣੇ ਚੀਜ਼ ਨੂੰ ਦੇਖਣਾ ਹੈ। ਫੈਮਿਲੀ ਡਾਕਟਰ ਨੇ, ਫੈਮਿਲੀ ਡਾਕਟਰ ਕੋਲ ਜਾਓਗੇ, ਦੇ ਵਿਲ ਲੁੱਕ ਐਟ ਯੂ ਐਜ਼ ਅ ਹੋਲ ਪਰਸਨ। ਪੂਰਾ ਤੁਹਾਨੂੰ ਦੇਖਣਗੇ, ਜਾਣਕਾਰੀ ਕਰਨਗੇ ਕਿ ਮਰਜ਼ ਹੋਇਆ ਕਿਉਂ ਹੈ, ਗਲਾ ਖਰਾਬ ਹੈ, ਕਿਸ ਵਜ੍ਹਾ ਤੋਂ ਖਰਾਬ ਹੋਇਆ, ਸਾਹ ਨਹੀਂ ਆ ਰਿਹਾ ਤੇ ਸਮੋਕਿੰਗ ਦਾ ਇਸ਼ੂ ਹੈ ਜਾਂ ਕੁਝ ਹੋਰ ਇਸ਼ੂ ਹੈ। ਇਸ ਵਾਸਤੇ ਇੱਥੇ ਮੈਂ ਹਜੇ ਵੀ ਹੁਣੇ ਵੀ ਬਹੁਤ ਜ਼ਿਆਦਾ ਦੇਖਿਆ ਜਾ ਰਿਹਾ ਕਿ ਆਪਣੇ ਲੋਕ ਦੇ ਜਿਹੜੇ ਨੇ ਮੁਖਤਲਿਫ ਕਲੀਨਿਕਸ ਤੇ ਵੀ ਜਾਂਦੇ ਨੇ, ਮੁਖਤਲਿਫ ਡਾਕਟਰਸ ਕੋਲ ਵੀ ਜਾਂਦੇ ਨੇ। ਉਸ ਤਰ੍ਹਾਂ ਉਹਨਾਂ ਦੀ ਸਿਹਤ ਦਾ ਅਸਲ ਜਿਹੜਾ ਨਾ ਖਿਆਲ ਨਹੀਂ ਰੱਖਿਆ ਜਾ ਸਕਦਾ। ਮੇਰੇ ਕੋਲ ਆਉਣਗੇ ਤੇ ਬਲੱਡ ਟੈਸਟ ਆਰਡਰ ਕਰਾ ਲੈਣਗੇ, ਕਿਸੇ ਹੋਰ ਕੋਲ ਜਾਣਗੇ ਤੇ ਹੋਰ ਹੋ ਜਾਣਗੇ। ਤੇ ਫਿਰ ਮੈਂ ਜਿਸ ਗੱਲ ਨੂੰ ਉਹਨਾਂ ਨੂੰ ਲੈ ਕੇ ਚੱਲਿਆ ਅੱਗੇ, ਤੇ ਉਹ ਫਿਰ ਵਾਪਿਸ ਨਹੀਂ ਆਉਣਗੇ ਤੇ ਪਤਾ ਨਹੀਂ ਚੱਲੇਗਾ ਕੀ ਹੋਇਆ, ਕਿਸੇ ਹੋਰ ਡਾਕਟਰ ਨੂੰ ਨਹੀਂ ਪਤਾ ਚੱਲੇਗਾ ਕੀ ਹੋ ਚੁੱਕਿਆ ਉਹਨਾਂ ਕੋਲ। ਇਸ ਵਾਸਤੇ ਬਹੁਤ ਹੀ ਜ਼ਰੂਰੀ ਹੈ ਕਿ ਇੱਕ ਜਗ੍ਹਾ ਤੇ ਰਹਿਣ। ਤੇ ਦੂਸਰਾ ਹੈ ਕਿ ਇਹ ਨਹੀਂ ਕਿ ਤੁਸੀਂ ਇੱਕ ਡਾਕਟਰ ਦੇ ਨਾਲ ਸਟਕ ਹੋ ਗਏ ਹੋ। ਅਗਰ ਤੇ ਡਾਕਟਰ ਦੇ ਨਾਲ ਤੁਹਾਡੀ ਨਹੀਂ ਬਣਦੀ, ਤੁਹਾਨੂੰ ਪਸੰਦ ਨਹੀਂ ਆਇਆ ਤੇ ਚੇਂਜ ਕਰ ਲਓ। ਓਕੇ,
ਮੈਂ ਡਾਕਟਰ ਸਾਹਿਬ ਇਹਦੇ ਬਾਰੇ ਜ਼ਰੂਰ ਤੁਹਾਡੇ ਨਾਲ ਗੱਲ ਕਰਾਂਗਾ। ਪਹਿਲਾਂ ਤਾਂ ਇਹ ਦੱਸੋ ਸਾਨੂੰ, ਜਦੋਂ ਅਸੀਂ ਫੈਮਿਲੀ ਡਾਕਟਰ ਅਸੀਂ ਆਪਣਾ ਸਿਲੈਕਟ ਕਰਦੇ ਹਾਂ, ਅਸੀਂ ਨਵੇਂ ਆਏ ਹਾਂ, ਸਾਨੂੰ ਪਤਾ ਹੀ ਨਹੀਂ ਹੈ, ਤੇ ਕਿਵੇਂ ਲੱਭੀਏ ਅਸੀਂ ਆਪਣਾ ਫੈਮਿਲੀ ਡਾਕਟਰ? हाँ जी, बहुत अच्छा सवाल है, बहुत ज़रूरी, क्योंकि ਜਦੋਂ ਆਉਂਦੇ ਅਸੀਂ ਬਾਹਰੋਂ ਸਾਨੂੰ ਪਤਾ ਨਹੀਂ ਹੁੰਦਾ। ਇੱਕ ਤੇ ਹੈ ਕਿ ਕਲੀਨਿਕ ਤੇ ਬਹੁਤ ਸਾਰੇ ਖੁੱਲੇ ਨੇ। ਤੁਸੀਂ ਇੱਕ ਹੈ ਕਿ ਤੁਸੀਂ ਜਿਹੜਾ ਵੀ ਨੇੜੇ ਕਲੀਨਿਕ ਹੈ, ਕਮਿਊਨਿਟੀ ਦਾ ਕਲੀਨਿਕ ਹੈ, ਉੱਥੇ ਚਲੇ ਜਾਓ, ਉਹਨਾਂ ਨੂੰ ਪੁੱਛ ਲਓ ਫੋਨ ਕਰਕੇ, ਹਾਂ ਜੀ ਤੁਸੀਂ ਐਕਸੈਪਟ ਕਰ ਰਹੇ ਹੋ ਪੇਸ਼ੈਂਟਸ ਕਿ ਨਹੀਂ। ਦੂਸਰਾ, ਸਾਡਾ ਇੱਥੇ ਨਾ ਨਾਰਥ ਈਸਟ ਤੇ ਸਾਊਥ ਈਸਟ ਦੀ ਕਮਿਊਨਿਟੀ ਦਾ ਇੱਕ ਪ੍ਰਾਇਮਰੀ ਕੇਅਰ ਨੈਟਵਰਕ ਹੈ, ਜਿਸ ਦਾ ਨਾਮ ਹੈ ਮੋਜ਼ੇਕ ਪ੍ਰਾਇਮਰੀ ਕੇਅਰ ਨੈਟਵਰਕ। ਉਹਨਾਂ ਦੀ ਵੈਬਸਾਈਟ ਤੇ ਜਾ ਕੇ ਜਾਂ ਅਲਬਰਟਾ ਹੈਲਥ ਸਰਵਿਸਿਜ਼ ਵੈਬਸਾਈਟ ਤੇ ਜਾ ਕੇ ਤੁਸੀਂ ਫੈਮਿਲੀ ਡਾਕਟਰ ਵੀ ਚੁਣ ਸਕਦੇ ਹੋ। ਔਰ ਤੁਸੀਂ ਪਾਓ ਨਾ ਕਿ ਡਾਕਟਰਸ ਐਕਸੈਪਟਿੰਗ ਨਿਊ ਪੇਸ਼ੈਂਟਸ ਜੀ, ਤੇ ਉਹ ਕਾਫੀ ਲਿਸਟ ਨਿਕਲ ਆਉਂਦੀ ਹੈ। ਤੁਸੀਂ ਦੇਖ ਲਓ, ਅਗਰ ਤੇ ਤੁਹਾਨੂੰ ਲੈਂਗੁਏਜ ਦਾ ਇਸ਼ੂ ਹੈਗਾ, ਲੈਂਗੁਏਜ ਦੇ ਉਸ ਲਿਖਿਆ ਵੀ ਹੁੰਦਾ ਹੈ ਜੀ ਹਾਂ ਕਿਹੜੇ ਕਿਹੜੇ ਡਾਕਟਰ ਪੰਜਾਬੀ ਬੋਲ ਸਕਦੇ ਨੇ, ਉਰਦੂ ਬੋਲ ਸਕਦੇ ਨੇ, ਜਾਂ ਕੁਝ ਹੋਰ ਲੈਂਗੁਏਜ ਬੋਲ ਸਕਦੇ ਨੇ, ਅਫਰੀਕਨ ਲੈਂਗੁਏਜ ਬੋਲ ਸਕਦੇ ਨੇ। ਤੁਸੀਂ ਉਹਨਾਂ ਨੂੰ ਚੂਜ਼ ਕਰ ਲਓ, ਫਿਰ ਜਾ ਕੇ ਅਪਾਇੰਟਮੈਂਟ ਬੁੱਕ ਕਰਾਓ। ਅਪਾਇੰਟਮੈਂਟ ਇਨੀਸ਼ੀਅਲੀ ਹੁੰਦੀ ਹੈ ਮੀਟ ਐਂਡ ਗ੍ਰੀਟ ਕਹੀਦਾ ਉਸਨੂੰ। ਜਾ ਕੇ ਤੁਸੀਂ ਮਿਲੋ, ਡਾਕਟਰ ਸਾਹਿਬ ਨੇ ਦੱਸੋ ਕਿ ਤੁਸੀਂ ਕੀ ਹੈ, ਕੋਈ ਬਿਮਾਰੀ ਹੈ ਕਿ ਨਹੀਂ ਹੈ, ਜਸਟ ਰਜਿਸਟਰ ਕਰਨਾ ਹੈ। ਫਿਰ ਤੁਹਾਡੀ ਬੇਸਿਕ ਹਿਸਟਰੀ ਲੈ ਲੈਣਗੇ ਪੂਰਾ ਤੁਹਾਡਾ, ਕਿ ਜੀ ਕੋਈ ਦਵਾਈਆਂ ਲੈਂਦੇ ਹੋ ਕਿ ਨਹੀਂ, ਸਿਹਤ ਕਿਸ ਤਰ੍ਹਾਂ ਦੀ ਹੈ, ਸਮੋਕਿੰਗ ਕਰਦੇ ਹੋ ਕਿ ਨਹੀਂ, ਅਲਕੋਹਲ ਨਹੀਂ, ਜਾਂ ਫੈਮਿਲੀ ਹਿਸਟਰੀ ਤਾਂ ਨਹੀਂ ਕਿਸੇ ਕੈਂਸਰ ਵਗੈਰਾ ਦੀ, ਤਾਂ ਕਿ ਉਹ ਸਾਰੇ ਅਲਰਟਸ ਹੋ ਜਾਣ, ਪਤਾ ਚੱਲ ਜਾਏ ਕਿ ਸਕਰੀਨਿੰਗ ਕੀ ਕਰਨੀ ਹੈ ਤੁਹਾਡੀ। ਤੇ ਹੁਣ ਅਸੀਂ ਜਦੋਂ ਇੱਕ ਡਾਕਟਰ ਚੁਣ ਲਿਆ, ਤੇ ਕਈ ਵਾਰ ਇਹ ਵੀ ਹੁੰਦਾ ਕਿ ਅਸੀਂ ਆਪਣਾ ਇੱਕ ਫੈਮਿਲੀ ਫਿਜ਼ੀਸ਼ੀਅਨ ਰੱਖਦੇ ਹੀ ਨਹੀਂ। ਅਸੀਂ ਅੱਜ ਤੁਹਾਡੇ ਕੋਲ, ਕੱਲ੍ਹ ਕਿਸੇ ਹੋਰ ਕੋਲ, ਪਰਸੋਂ ਕਿਸੇ ਹੋਰ ਕੋਲ, ਅਸੀਂ ਬਾਰ-ਬਾਰ ਡਾਕਟਰ ਤਬਦੀਲ ਕਰਦੇ ਹਾਂ, ਔਰ ਜਦੋਂ ਦਿਲ ਕੀਤਾ ਜਿੱਥੇ ਮਰਜ਼ੀ ਚਲੇ ਗਏ। ਉਹਦੇ ਕੁਝ ਨੁਕਸਾਨ ਵੀ ਨੇ ਜੀ? ਹਾਂਜੀ, ਉਸਦੇ ਨੁਕਸਾਨ ਇਹ ਨੇ ਕਿ ਅਗਰ ਤੇ ਤੁਹਾਡੀ ਐਲਰਜੀਜ਼ ਵਗੈਰਾ ਜਾਂ ਕੋਈ ਤੁਹਾਨੂੰ ਕੋਈ ਕੰਡੀਸ਼ਨ ਹੈਗੀ, ਸਪੋਜ਼ ਸੀਰੀਅਸ ਹੈ, ਕੋਈ ਫੈਮਿਲੀ ਹਿਸਟਰੀ ਕੈਂਸਰ ਦੀ, ਜਾਂ ਤੁਹਾਡੇ ਕੋਈ 10 ਸਾਲ ਬਾਅਦ ਕੋਈ ਪਹਿਲਾਂ ਡਾਇਗਨੋਸ ਹੋਈ ਹੈ ਕੋਈ ਚੀਜ਼, ਜਾਂ ਉਸ ਅਗਰ ਜਿਹੜਾ ਤੁਹਾਡਾ ਫੈਮਿਲੀ ਡਾਕਟਰ ਉਸਦੇ ਰੈਕਡ ਵਿੱਚ ਸਾਰਾ ਚੀਜ਼ਾਂ ਹੈ ਨੇ ਮੌਜੂਦ। ਹੁਣ ਗਵਰਨਮੈਂਟ ਕੋਸ਼ਿਸ਼ ਤੇ ਕਰ ਰਹੀ ਹੈ ਕਿ ਸਾਰੇ ਸਿਸਟਮਸ ਨੂੰ ਇਕੱਠਾ ਕਰ ਲਿਆ ਜਾਏ। ਜਿਸ ਤਰ੍ਹਾਂ ਨੈਟ ਕੇਅਰ ਹੈਗੀ, ਅਗਰ ਕਿਸੇ ਹੋਰ ਵੀ ਪਾਸੇ ਚਲੇ ਜਾਂਦੇ ਹੋ ਤੁਸੀਂ, ਤੇ ਨੈਟ ਕੇਅਰ ਤੇ ਡਾਕਟਰ ਜਾ ਕੇ ਉਹ ਚੈੱਕ ਕਰ ਸਕਦਾ ਹੈ ਕਿ ਤੁਹਾਡੀਆਂ ਦਵਾਈਆਂ ਕੀ ਨੇ, ਟੈਸਟ ਕੀ ਹੋ ਚੁੱਕੇ ਨੇ। ਲੇਕਿਨ ਉਸ ਦਾ ਨੁਕਸਾਨ ਥੋੜਾ ਜਿਹਾ ਹੁੰਦਾ ਹੈ ਕਿ ਅਗਰ ਸਿਸਟਮ ਡਾਊਨ ਹੈ, ਤੁਸੀਂ ਨਹੀਂ ਕਰ ਸਕੇ, ਦਵਾਈ ਤੁਹਾਨੂੰ ਗਲਤ ਮਿਲ ਗਈ, ਠੀਕ ਹੈ, ਤੇ ਡੁਪਲੀਕੇਸ਼ਨ ਵੀ ਹੋ ਜਾਂਦੀ ਹੈ ਨਾ। ਸਾਨੂੰ ਤੇ ਸ਼ੁਕਰ ਅਦਾ ਕਰਨਾ ਚਾਹੀਦਾ ਹੈ ਕਿ ਅਸੀਂ ਇਸ ਮੁਲਕ 'ਚ ਆਏ ਹਾਂ, ਇਸ ਫ੍ਰੀ ਹੈਲਥ ਕੇਅਰ ਸਿਸਟਮ ਹੈਗਾ, ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਹੈਲਥ ਕੇਅਰ ਸਿਸਟਮ ਨੂੰ ਅਸੀਂ ਅਬਿਊਜ਼ ਨਾ ਕਰੀਏ। ਉਸ ਦਾ ਮੈਂ ਕਹਿਣਾ ਚਾਹ ਰਿਹਾ ਕਿ ਅਗਰ ਮੇਰੇ ਕੋਲ ਕੋਈ ਆ ਜਾਂਦਾ ਹੈ, ਮੈਂ ਕੋਈ ਟੈਸਟ ਲਿਖ ਕੇ ਦੇਣਾ, ਕੋਈ ਐਕਸਰੇ ਲਿਖ ਕੇ ਦੇਣਾ, ਕੱਲ ਕਿਸੇ ਹੋਰ ਨੂੰ ਕਲੀਨਿਕ ਤੇ ਚਲੇ ਜਾਂਦੇ ਨੇ ਤੇ ਉੱਥੇ ਉਹੀ ਚੀਜ਼ ਰਿਪੀਟ ਹੁੰਦੀ ਹੈ, ਤੇ ਉਹ ਖਰਚਾ ਤਾਂ ਗਵਰਨਮੈਂਟ ਕਰ ਰਹੀ ਹੈ ਨਾ, ਤੇ ਉਸ ਦਾ ਫਾਇਦਾ ਕੋਈ ਨਹੀਂ, ਉਲਟਾ ਨੁਕਸਾਨ ਹੀ ਹੈ। ਤੇ ਅਲਟੀਮੇਟਲੀ ਜਿਹੜਾ ਨਾ ਤੁਹਾਡੇ ਸਿਹਤ ਦਾ ਪੂਰਾ ਖਿਆਲ ਨਹੀਂ ਰੱਖਿਆ ਜਾ ਸਕਦਾ। ਜੀ ਬਿਲਕੁਲ ਠੀਕ ਹੈ। ਤੇ ਕੋਈ ਏਜ ਵੀ ਹੁੰਦੀ ਹੈ ਜਿੱਥੇ ਸਾਨੂੰ ਆਪਣਾ ਫੈਮਿਲੀ ਫਿਜ਼ੀਸ਼ੀਅਨ ਲੈ ਲੈਣਾ ਚਾਹੀਦਾ ਹੈ, ਜਾਂ ਕੋਈ ਵੀ ਵਿਅਕਤੀ ਕਿਸੇ ਵੀ ਉਮਰ ਦੇ ਵਿੱਚ ਆਪਣਾ ਫੈਮਿਲੀ ਫਿਜ਼ੀਸ਼ੀਅਨ ਲੈ ਸਕਦਾ? ਜਿਵੇਂ ਮੈਂ ਕਿਸੇ ਹੋਰ ਡਾਕਟਰ ਨੂੰ ਫੋਲੋ ਕਰਦਾ ਹਾਂ ਤਾਂ ਮੇਰੇ ਆਪਣੇ ਬੱਚਿਆਂ ਨੂੰ ਕਿਸੇ ਹੋਰ ਡਾਕਟਰ ਨੂੰ ਫੈਮਿਲੀ ਫਿਜ਼ੀਸ਼ੀਅਨ ਬਣਾ ਦਿਆਂ, ਕੀ ਇਸ ਤਰ੍ਹਾਂ ਹੋ ਸਕਦਾ? ਇੱਥੇ ਜਿਹੜਾ ਸਿਸਟਮ ਹੈ ਨਾ ਫੈਮਿਲੀ ਫਿਜ਼ੀਸ਼ੀਅਨ ਦਾ, ਫੈਮਿਲੀ ਫਿਜ਼ੀਸ਼ੀਅਨ ਬੇਸਿਕਲੀ ਕਹਿੰਦਾ ਕਿ ਫਰੋਮ ਵੂਮ ਟੂ ਟੋਮ। ਜੀ, ਤੇ ਬੱਚਾ ਪੈਦਾ ਹੋਣ, ਤਾਂ ਬੱਚਾ ਜਦੋਂ ਟੰਮੀ 'ਚ ਹੈਗਾ, ਠੀਕ ਹੈ ਨਾ, ਵੈਨ ਯੂ ਆਰ ਪ੍ਰੈਗਨੈਂਟ, ਉੱਥੋਂ ਲੈ ਕੇ ਕਬਰ ਤੱਕ ਜਾਣ ਤੱਕ ਯੂ ਕੈਨ ਹੈਵ ਫੈਮਿਲੀ ਫਿਜ਼ੀਸ਼ੀਅਨ। ਕਿਉਂਕਿ ਫੈਮਿਲੀ ਫਿਜ਼ੀਸ਼ੀਅਨ ਦਾ ਰੋਲ ਹੈ ਕਿ ਉਹ ਬੱਚਿਆਂ ਨੂੰ ਵੀ, ਪ੍ਰੈਗਨੈਂਸੀਜ਼ ਨੂੰ ਵੀ ਦੇਖਦੇ ਨੇ। ਤੁਹਾਡੀ ਜਦੋਂ ਪ੍ਰੈਗਨੈਂਟ ਹੋ ਤਾਂ ਉਸ ਵੇਲੇ ਵੇਖਿਆ ਜਾਂਦਾ, ਤੁਹਾਨੂੰ ਅੰਦਰ ਬੱਚੇ ਦਾ ਖਿਆਲ ਰੱਖਿਆ ਜਾਂਦਾ ਹੈ, ਪ੍ਰੈਗਨੈਂਸੀ ਦਾ। ਜਦੋਂ ਬੱਚਾ ਬੌਰਨ ਹੁੰਦਾ ਹੈ, ਉਸ ਤੋਂ ਲੈ ਕੇ ਹਰ ਸਟੇਜ ਤੋਂ ਬੱਚਾ ਵੱਡਾ ਹੁੰਦਾ ਹੈ, ਚਾਈਲਡਹੁੱਡ ਆਉਂਦਾ ਹੈ, ਉਸ ਦੇ ਮਾਈਲਸਟੋਨ ਦੇਖੇ ਜਾਂਦੇ ਨੇ, ਬੱਚੇ ਦੀ ਡਿਵੈਲਪਮੈਂਟ ਕਿਸ ਤਰ੍ਹਾਂ ਹੋ ਰਹੀ ਹੈ। ਉਸ ਤੋਂ ਬਾਅਦ ਟੀਨਏਜਰ ਹੁੰਦਾ ਹੈ, ਟੀਨਏਜ ਦੇ ਇਸ਼ੂਜ਼ ਜਿਹੜੇ ਨੇ ਉਹ ਇੱਥੇ ਦੇ ਬਹੁਤ ਜ਼ਿਆਦਾ ਇਸ਼ੂਜ਼ ਨੇ, ਡਰੱਗਸ ਦੇ, ਸਮੋਕਿੰਗ ਦੇ, ਪੀਅਰ ਪ੍ਰੈਸ਼ਰ ਜਿਹੜੇ ਹੁੰਦੇ ਨੇ ਉਹ। ਫਿਰ ਜਦੋਂ ਤੁਸੀਂ 20s ਦੇ ਜਾਂਦੇ ਹੋ, ਕੈਰੀਅਰ ਬਿਲਡ ਕਰਨਾ ਸ਼ੁਰੂ ਹੁੰਦੇ ਹੋ, ਉਸ ਤੇ ਸਟ੍ਰੈਸਰਸ। ਫਿਰ ਉਸ ਤੋਂ ਬਾਅਦ ਜਨਾਬ ਤੁਸੀਂ 30 ਦੇ ਬਾਅਦ ਕੈਰੀਅਰ ਸ਼ੁਰੂ ਕਰਦੇ ਹੋ, ਕੰਮ ਦੇ ਸਟ੍ਰੈਸਰਸ, occupational health hazards, exposures।
फिर नैक्सट स्टेज आ जाती है जब मोर सैटल्ड हो, फिर बच्चे शच्चे आ जाते हैं। ऑल दीज थिंग्स जो फिर ओल्ड होंगे हो जेरिएट्रिक्स, उसकी जरूरतें बहुत ज़्यादा ने। कम्यूनिटी के रिसोर्सिस यूटिलाइज करना तुसी कि किस किस रिसोर्स में तुसी टैप करना है, किस बुढ़े बजुर्गों से किहड़े रिसोर्सिस अवेलेबल ने, हाउ टू कीप देम ऑक्यूपाइड, उन्होंने किस तरह घर ख्याल रखना है। वो सारे स्टेजेस जिहड़ा ना फैमिली डॉक्टर डील करता है। दे आर एक्सपर्ट स्पैशलिस्ट इन फैमिली मेडिसिन। उसका यह मतलब नहीं कि हर सब्जेक्ट, हर टॉपिक, हर इंजरी दा, हर डिजीज दा वो एक्सपर्ट नहीं, लेकिन दे हैव एनफ नॉलेज कि उन्होंने बेसिक जिहड़ा ना ट्रीट कर सकन। अगर ट्रीट नहीं कर सकते, दे हैव रिसोर्सिस अवेलेबल। मतलब कि अगर हुण ते इट्स सो ईजी कि अगर मेरे को मरीज आज आया है, मैनू समझ नहीं आ रही और बहुत एमरजेंसी है, मैं फोन चुक के स्पैशलिस्ट को डिस्कस कर सकना, या फोन चुक के एमरजेंसी ਨੂੰ भेज सकना कि जी हाँ जी यह मरीज आया, ऐसा की करना चाहिए। एडवाइस दी जा सकती है, स्पैशलिस्ट रेफर किया जा सकता है। ते योर फैमिली फिजिशियन इज योर पिलर, योर सोर्स, कि उतों सारिया चीज़ां स्प्रैड होणगियां, तुहानू ਜਿਹੜੀ ਜ਼ਰੂਰਤਾਂ ਨੇ इट कैन बी फिल्ड। और सारी इंफॉर्मेशन जी स्पैशलिस्ट या हॉस्पिटल की वापस भी फैमिली फिजिशियन ਨੂੰ आती है जी। ਤੇ ਡਾਕਟਰ ਸਾਹਿਬ ਇਹ ਵੀ ਦੱਸੋ ਕਿ ਕੀ ਅਸੀਂ ਆਪਣੇ ਫੈਮਿਲੀ ਫਿਜ਼ੀਸ਼ੀਅਨ ਨੂੰ, ਆਪਣੇ ਫੈਮਿਲੀ ਡਾਕਟਰ ਨੂੰ ਇਹ ਕਹਿ ਸਕਦੇ ਹਾਂ ਕਿ ਮੈਨੂੰ ਕਿਸੇ ਫਲਾਣੇ ਡਾਕਟਰ ਨੂੰ ਰੈਫਰ ਕਰ ਦਿਓ, ਮੈਂ ਅੱਖਾਂ ਦਿਖਾਉਣੀਆਂ, ਮੈਂ ਇਸ ਡਾਕਟਰ ਨੂੰ ਜ਼ਿਆਦਾ ਜਾਣਾ ਚਾਹੁੰਦਾ, ਕੀ ਮੈਂ ਆਪਣੀ ਮਰਜ਼ੀ ਨਾਲ ਡਾਕਟਰ ਨੂੰ ਦੱਸ ਸਕਦਾ ਕਿ ਮੈਂ ਸਪੈਸ਼ਲਿਸਟ ਲੈਣਾ ਚਾਹੁੰਦਾ? हाँ जी बिल्कुल, क्योंकि यू आर इन चार्ज ऑफ योर हेल्थ। ठीक है, तुसी अपना ख्याल भी रखना है, सूझबूझ भी होनी चाहिए सानू कि तुसी की किना चीज़ां दा बहुत जरूरी है। लेकिन वो कि अगर तुसी कहंदे हो, आंदे हो अपने फैमिली डॉक्टर को कहंदे कि मैनू यह मसला हैगा, मैनू रैफर करो स्पैशलिस्ट नू। फैमिली डॉक्टर जिहड़ा ना एक तो तुहाडा मसले नू समझने की कोशिश करनगे कि है कि एक्चुअल है कि वाकई रैफर बनता है कि नहीं। तो अगर रैफर बनता है या नहीं बनता, उसकी बेसिक जिहड़ियां ने जरूरतां टैस्ट करवाने होंदे ने, कोई ब्लड टैस्ट होणगे, कोई एक्सरेज होणगे, क्योंकि स्पैशलिस्ट को तुसी इस वास्ते नहीं जा रहे कि उत्थे वो टैस्ट लिखणगे, तुसी तशखीस कराना जा रहे हो, फर्दर एक नेक्स्ट स्टैप पे जा रहे हो। ठीक है ना। तो पहला बेसिक चीज़ां फैमिली डॉक्टर कर लेगा, फिर उसनू रैफर कर देगा। थोड़ा क्वेश्चन कि आया कोई मैंशन कर सकते हैं कि मैं ABC डॉक्टर को जाना है या XYZ को जाना है, ओके डेफिनेटली दे कैन मैंशन। क्योंकि कई बार होंदा है कि तुहाडे कोई फ्रेंड्स, फैमिली फ्रेंड्स किसी स्पैशलिस्ट को गए होंदे ने, अच्छा तजर्बा होंदा है, दे रिकमेंड, तो दैट्स फाइन, फैमिली डॉक्टर कैन सेंड टू दैट डॉक्टर। लेकिन कई बार किसी स्पेसिफिक डॉक्टर नू जान ते थोड़ी देर लग सकती है, कुछ महीने एक्स्ट्रा लग सकते हैं। लेकिन आजकल जिहड़े ज़्यादा स्पैशलिटीज़ ने उन्होंने ट्रियाज सिस्टम रखा है। उसका मतलब है कि अगर सपोज तुहानू मैदे का मसला होया, पेट का मसला होया, गैस्ट्रोएंटरोलॉजिस्ट नू देखना है, दैन तुहाडा फैमिली डॉक्टर जिहड़ा ना उसका फॉर्म फिल करके ट्रियाज नू भेजणगे, जिहड़ा फर्स्ट अवेलेबल स्पैशलिस्ट होएगा वो देख लेगा। लेकिन तुहाडा सवाल जिहड़ा है कि किसी को जा सकते ने, एनीबॉडी, दे कैन गो टू एनीबॉडी, बट टाइम कैन बी अ डिफरेंट थिंग। ठीक है ना, अर्जेंसी पे डिपेंड करता है। जी जी। ਤੇ ਸੈਕੰਡ ਓਪੀਨੀਅਨ ਦੀ ਗੱਲ ਜੇ ਅਸੀਂ ਕਰਨੀ ਹੋਵੇ ਕਿਸੇ ਹੋਰ ਸਪੈਸ਼ਲਿਸਟ ਕੋ ਜਾ ਕੇ, ਕੀ ਉਹਦੀ ਵੀ ਰਿਕੁਐਸਟ ਕੀਤੀ ਜਾ ਸਕਦੀ ਹੈ ਕਿ ਡਾਕਟਰ ਫੈਸਲਾ ਕਰਦਾ ਜੀ ਇਹਦੇ ਬਾਰੇ? हाँ जी, बहुत अच्छा क्वेश्चन है, क्योंकि अक्सर होंदा है कई बार तुसी जानते हो स्पैशलिस्ट को, स्पैशलिस्ट भी बिजी ने, कई बारी ਤੁਹਾਨੂੰ ਉਹਨਾਂ ਦੀ ਗੱਲ ਮਨ ਨਹੀਂ ਲੱਗਦੀ, ਤੁਸੀਂ ਕਹਿੰਦੇ ਹੋ ਨਹੀਂ ਹੈ ਸਪੈਸ਼ਲਿਸਟ ਸ਼ਾਇਦ ਠੀਕ ਨਹੀਂ ਕਹਿ ਰਿਹਾ, ਮੈਨੂੰ ਵਹਿਮ ਹੈ, ਮੈਨੂੰ ਹੈ ਨਹੀਂ ਚੀਜ਼, ਮੈਂ ਆਪਣੀ ਤਸੱਲੀ ਕਰਾਉਣਾ ਚਾਹੁੰਦਾ ਹੋਰ ਜੀ। ਇਹ ਤੁਸੀਂ ਆਪਣੇ ਵਾਪਸ ਜਾਓ ਫੈਮਿਲੀ ਡਾਕਟਰ ਕੋ। ਪਹਿਲੀ ਗੱਲ ਤੇ ਹੈ ਕਿ ਫੈਮਿਲੀ ਡਾਕਟਰ ਉਸਦਾ ਜਿਹੜਾ ਸਪੈਸ਼ਲਿਸਟ ਦਾ ਰੈਫਰਲ ਆਇਆ ਹੋਏਗਾ, ਵਾਪਸ ਨਾ ਕੰਸਲਟ ਕਰਕੇ ਨਾ ਸਪੈਸ਼ਲਿਸਟ ਫੈਮਿਲੀ ਡਾਕਟਰ ਨੂੰ ਲੈਟਰ ਭੇਜਦੇ ਨੇ, ਤੇ ਉਹ ਜ਼ਿਆਦਾ ਥੋੜਾ ਡਿਟੇਲ ਲੈਟਰ ਹੁੰਦਾ ਹੈ। ਕਈ ਵਾਰੀ ਉਹ ਡਿਸਕਸ਼ਨ ਪੇਸ਼ੈਂਟ ਦੇ ਨਾਲ स्पैशलिस्ट की इन्नी नहीं होती, या कम्युनिकेशन गैप होंदा है, मरीज ਨੂੰ समझ नहीं आता स्पैशलिस्ट ने क्या की है, कहना की चाह रहा है। तो ਜਦੋਂ ਤੁਸੀਂ ਆਉਂਦੇ ਹੋ ਵਾਪਸ ਫੈਮਿਲੀ ਡਾਕਟਰ ਕੋਲ, ਤੇ ਫੈਮਿਲੀ ਡਾਕਟਰ ਉਹ ਲੈਟਰ ਤੁਹਾਡੇ ਨਾਲ ਡਿਸਕਸ ਕਰ ਸਕਦਾ ਹੈ। ਤੇ ਹੋ ਸਕਦਾ ਹੈ ਮੋਸਟਲੀ ਜਿਹੜਾ ਨਾ 80% ਕੇਸਿਸ ਇਹ ਹੁੰਦੇ ਨੇ ਕਿ ਤੁਹਾਨੂੰ ਸਮਝ ਆ ਜਾਂਦੇ ਨੇ,
ਕਹਿੰਦੇ ਉਹ ਠੀਕ ਹੈ। ਲੇਕਿਨ ਫਿਰ ਵੀ ਅਗਰ ਤੁਸੀਂ ਕਹਿੰਦੇ ਹੋ ਜੀ ਕਿ ਨਹੀਂ ਮੈਂ ਤਸੱਲੀ ਨਹੀਂ ਹੋ ਰਹੀ, ਮੈਨੂੰ ਡਾਕਟਰ ਸਾਹਿਬ ਕਿਸੇ ਹੋਰ ਕੋਲ ਭੇਜੋ, ਤੇ ਦੈਟਸ ਯੋਰ ਰਾਈਟ, ਉਹ ਤੁਹਾਡਾ ਰਾਈਟ ਹੈਗਾ, ਤੁਸੀਂ ਕਹਿ ਸਕਦੇ ਹੋ। ਤੇ ਅਗਰ ਤੇ ਤੁਸੀਂ ਸਪੈਸੀਫਾਈ ਕਰਦੇ ਹੋ ਉੱਥੇ ਭੇਜਿਆ ਜਾ ਸਕਦਾ ਹੈ। ਦੂਸਰਾ ਫੈਮਿਲੀ ਡਾਕਟਰ ਇਹ ਕਰ ਸਕਦਾ ਹੈ ਕਿ ਸਿੱਧਾ ਸਿੱਧਾ ਜਿਹੜੇ ਸਪੈਸ਼ਲਿਸਟ ਕੋਲ ਪਹਿਲਾਂ ਤੁਸੀਂ ਗਏ ਹੋ ਉਹਨਾਂ ਨੂੰ ਫੋਨ ਕਰਕੇ ਪੁੱਛ ਲੈਣ ਕਿ ਜੀ ਹਾਂ ਜੀ ਮੇਰਾ ਪੇਸ਼ੈਂਟ ਹੈ, ਇਸ ਨੂੰ ਹੀ ਇਜ਼ ਨਾਟ ਸੈਟਿਸਫਾਈਡ, ਉਹਨੇ ਤਸੱਲੀ ਨਹੀਂ ਹੋ ਰਹੀ ਕਿ ਥੀਸ ਇਸ਼ੂਜ਼ ਆਰ ਨਾਟ ਐਡਰੈਸ, ਇਹ ਚੀਜ਼ਾਂ ਉਸਦੀਆਂ ਸਨ, ਉਹ ਐਡਰੈਸ ਨਹੀਂ ਹੋਏ, ਤੇ ਉਹ ਦੱਸ ਦੇਗਾ ਕਿ ਕੀ ਵਜ੍ਹਾ ਹੈ, ਕਿ ਕੀ ਕਰਨਾ ਚਾਹੀਦਾ ਹੈ। ਬਟ nobody minds ਕਿ ਤੁਸੀਂ ਸੈਕਿੰਡ ਓਪੀਨੀਅਨ ਵਾਸਤੇ ਚਲੇ ਜਾਓ, ਤੇ ਫੈਮਿਲੀ ਡਾਕਟਰ ਕੈਨ ਸੈਂਡ ਯੂ ਫॉर ਸੈਕਿੰਡ ਓਪੀਨੀਅਨ, ਨੋ ਪ੍ਰੋਬਲਮ ਐਟ ਆਲ। ਡਾਕਟਰ ਸਾਹਿਬ ਇੱਕ ਹੋਰ ਗੱਲ ਕਿ ਜੇ ਅਸੀਂ ਆਪਣਾ ਫੈਮਿਲੀ ਫਿਜ਼ੀਸ਼ੀਅਨ ਫੈਮਿਲੀ ਡਾਕਟਰ ਨੂੰ ਬਦਲਣਾ ਚਾਹੀਏ ਤਾਂ ਕੀ ਉਹ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ, ਤੇ ਕਿਉਂ ਬਦਲਿਆ ਜਾ ਸਕਦਾ ਹੈ? ਹਾਂ, ਇੱਕ ਤੇ ਹੈ ਕਿ ਜੀ ਫੈਮਿਲੀ ਡਾਕਟਰ ਤੁਸੀਂ ਬਦਲਣਾ ਕਿਉਂ ਚਾਹੁੰਦੇ ਹੋ? ਤੁਸੀਂ ਕੁਝ ਰੀਜ਼ਨਸ ਹੁੰਦੀਆਂ ਨੇ ਕਿ ਇਹ ਲੋਕ ਰਿਕੁਐਸਟ ਕਰਦੇ ਨੇ, ਜਾਂ ਤੇ ਉਹ ਮੂਵ ਕਰ ਜਾਂਦੇ ਨੇ ਉਸ ਕਮਿਊਨਿਟੀ ਤੋਂ ਕਿਸੇ ਹੋਰ ਸ਼ਹਿਰ, ਜਿਸ ਤਰ੍ਹਾਂ ਕੈਲਗਰੀ, ਸਪੋਜ਼ ਕੈਲਗਰੀ 'ਚ ਨੇ ਤੇ ਕੈਲਗਰੀ ਤੋਂ ਐਡਮਿੰਟਨ ਚਲੇ ਗਏ, ਜਾਂ ਵਿਦ ਇਨ ਕੈਲਗਰੀ ਕਿਸੇ ਹੋਰ ਸਬ ਡਿਵੀਜ਼ਨ ਵਿੱਚ ਚਲੇ ਗਏ, ਤੇ ਉਹ ਦੂਰੀ ਹੋ ਜਾਂਦੀ ਹੈ। ਇੱਕ ਉਹ ਵਜ੍ਹਾ ਹੋ ਗਈ। ਦੂਸਰਾ ਹੈ ਕਿ ਉਹ ਡਾਕਟਰ ਦੀ ਅਪੁਆਇੰਟਮੈਂਟ ਉਹਨਾਂ ਨੂੰ ਨਹੀਂ ਮਿਲ ਰਹੀ ਆਸਾਨੀ ਦੇ ਨਾਲ, ਉਹਨਾਂ ਦੇ ਟਾਈਮ ਮੈਚ ਨਹੀਂ ਕਰ ਰਹੇ। ਤੁਹਾਨੂੰ ਪਤਾ ਸਾਡੇ ਲੋਕ ਦੇ ਆਰ ਵੈਰੀ ਹਾਰਡ ਵਰਕਿੰਗ, ਕਈ ਵਾਰੀ ਦੋ ਜੌਬਸ ਕਰ ਰਹੇ ਹੁੰਦੇ ਨੇ, ਬੱਚਿਆਂ ਦੀ ਰਿਸਪੋਂਸਿਬਿਲਿਟੀ, ਘਰ ਦੀ ਦੋ ਜਣੇ ਕੰਮ ਕਰ ਰਹੇ ਨੇ, ਤੇ ਤੁਹਾਡੇ ਕੋਲ ਦਿਨ ਦੇ ਟਾਈਮ ਨਹੀਂ ਹੁੰਦਾ। ਸਵੇਰੇ 9 to 5 ਯੂਜੂਅਲੀ ਡਾਕਟਰ ਦਾ ਆਫਿਸ ਖੁੱਲੇ ਹੁੰਦੇ ਨੇ, ਤੇ ਕਈ ਵਾਰੀ ਤੁਸੀਂ ਨਹੀਂ ਜਾ ਸਕਦੇ, ਕੰਮ ਤੋਂ ਛੁੱਟੀ ਨਹੀਂ ਮਿਲਦੀ। ਤੇ ਇੱਥੇ ਤੇ ਇਹ ਵੀ ਮਸਲਾ ਹੈ ਕਿ ਤੁਸੀਂ ਕੰਮ ਤੋਂ ਛੁੱਟੀ ਲਓਗੇ ਤੇ ਤੁਹਾਡੀ ਦਿਹਾੜੀ ਮਾਰੀ ਜਾਂਦੀ ਹੈ, ਘੰਟੇ ਦੇ ਪੈਸੇ ਨਹੀਂ ਮਿਲਣਗੇ, ਤੇ ਉਹ ਤੁਸੀਂ ਡਾਕਟਰ ਦੇ ਕੋਲ ਜਾਂਦੇ ਹੋ, ਉੱਥੇ ਟਾਈਮ ਤੁਸੀਂ ਲਗਾਉਂਦੇ ਹੋ, ਲੇਕਿਨ ਪੈਸੇ ਵੀ ਨਹੀਂ ਮਿਲ ਰਹੇ, ਤੁਹਾਨੂੰ ਹੋਰ ਸਟ੍ਰੈਸ ਹੁੰਦਾ। ਤੇ ਇਹ ਵੀ ਵਜ੍ਹਾ ਹੋ ਸਕਦੀ ਹੈ ਚੇਂਜ ਕਰਨ ਦੀ। ਕਈ ਕਲੀਨਿਕਸ ਫਿਰ ਲੇਟ ਖੁੱਲੇ ਹੁੰਦੇ ਨੇ, ਤੇ ਵਟ ਐਵਰ ਦ ਰੀਜ਼ਨ, ਜਿਹੜੀ ਮਰਜ਼ੀ ਰੀਜ਼ਨ ਹੋਏ, ਲੇਕਿਨ ਅਗਰ ਤੁਸੀਂ ਕਰਨਾ ਚਾਹੁੰਦੇ ਹੋ, ਇਸ ਤੁਹਾਡੀ ਆਪਣੀ ਸਵਾਦੀ ਦੇ, ਤੁਸੀਂ ਆਪੇ ਕਰ ਸਕਦੇ ਹੋ ਚੇਂਜ। ਤੇ ਪਹਿਲੇ ਚੀਜ਼ ਇਹ ਹੋਣੀ ਚਾਹੀਦੀ ਹੈ ਕਿ ਐਥੀਕਲੀ ਨਾ ਜਿਹੜਾ ਅਸੀਂ ਰਿਸਪੋਂਸਿਬਿਲਿਟੀ ਸਾਨੂੰ ਲੈਣੀ ਚਾਹੀਦੀ ਹੈ। ਤੁਸੀਂ ਡਾਇਰੈਕਟ ਡਾਕਟਰ ਦੇ ਨਾਲ ਗੱਲ ਕਰ ਸਕਦੇ ਹੋ ਕਿ ਜੀ ਡਾਕਟਰ ਸਾਹਿਬ ਇਹ ਮੇਰੇ ਇਸ਼ੂਜ਼ ਨੇ, ਮੈਂ ਚਾਹੁੰਦਾ ਕਿ ਅਗਰ ਮੈਂ ਕਿਤੇ ਹੋਰ ਮੂਵ ਕਰ ਜਾਵਾਂ, ਜਾਂ ਡਾਕਟਰ ਦੇ ਨਾਲ ਨਹੀਂ ਗੱਲ ਕਰ ਸਕਦੇ ਤੇ ਕਲੀਨਿਕ ਮੈਨੇਜਰ ਦੇ ਨਾਲ ਗੱਲ ਕਰ ਲਓ। ਦੂਸਰਾ ਹੈ ਕਿ ਜਦੋਂ ਉੱਥੋਂ ਫਾਈਲ ਮੂਵ ਕਰਨੀ ਹੈ, ਤੁਸੀਂ ਪਹਿਲੇ ਜਾ ਕੇ ਮਿਲ ਲਓ ਕਿਸੇ ਹੋਰ ਡਾਕਟਰ ਨੂੰ ਜਿਸ ਕੋਲ ਜਾਣਾ ਹੈ ਤੁਸੀਂ, ਤਾਂ ਕਿ ਤੁਹਾਡੀ ਤਸੱਲੀ ਹੋ ਜਾਏ ਕਿ ਹਾਂ ਜੀ ਇਹ ਡਾਕਟਰ ਸਾਹਿਬ ਠੀਕ ਨੇ, ਤੁਸੀਂ ਤੁਹਾਡੇ ਟਾਈਮਿੰਗ ਵੀ ਮੈਚ ਕਰਦੇ ਨੇ, ਤੁਹਾਡੇ ਮਜ਼ਾਜ ਦੇ ਮੁਤਾਬਿਕ ਨੇ। ਫਿਰ ਤੁਸੀਂ ਜਾ ਕੇ ਉੱਥੋਂ ਸਾਈਨ ਕੰਸੈਂਟ ਫਾਰਮ ਇੱਕ ਹੁੰਦਾ ਹੈ, ਫਾਰਮ ਸਾਈਨ ਕਰ ਦਿਓ ਤਾਂ ਕਿ ਤੁਹਾਡੀ ਫਾਈਲ ਟ੍ਰਾਂਸਫਰ ਹੋ ਜਾਏ, ਠੀਕ ਹੈ ਨਾ, ਤੇ ਤਾਂ ਕਿ ਸਾਰੇ ਰੈਕਰਡ ਆ ਜਾਏ। ਅੱਜ ਕੱਲ੍ਹ ਨੈਟ ਕੇਸ ਤੇ ਵੀ ਰੈਕਰਡ ਮਿਲ ਜਾਂਦਾ ਹੈ, ਟੈਸਟ ਵਗੈਰਾ ਅਵੇਲੇਬਲ ਨੇ, ਇਨਵੈਸਟੀਗੇਸ਼ਨ ਅਵੇਲੇਬਲ ਨੇ। ਲੇਕਿਨ ਤੁਹਾਡੇ ਜੇ ਡਾਕਟਰ ਸਾਹਿਬ ਨੇ ਜਿਹੜੇ ਨੋਟਸ ਵਗੈਰਾ ਲਿਖੇ ਨੇ, ਤੁਹਾਡੇ ਕੋਈ ਫਾਰਮ ਫਿਲ ਹੋਏ ਨੇ, ਡਿਸੇਬਿਲਿਟੀ ਵਟਐਵਰ, ਤੇ ਉਹ ਸਾਰੇ ਮੂਵ ਕਰ ਸਕਦੇ ਨੇ ਈਜ਼ੀਲੀ। ਤੇ ਉਹ ਅਲਬਰਟਾ ਮੈਡੀਕਲ ਐਸੋਸੀਏਸ਼ਨ, ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨ ਸਰਜਨ ਦੀ ਰੈਗੂਲੇਸ਼ਨਸ ਨੇ, ਉਹ ਡਾਕਟਰ ਸਾਰੇ ਫੋਲੋ ਕਰਦੇ ਨੇ। ਇੱਕ ਹੋਰ ਜਿਹੜੀ ਮੇਰਾ ਸਵਾਲ ਹੈ ਜੀ, ਉਹ ਇਹ ਹੈ ਕਿ ਆਈਡੀਅਲ ਕੰਡੀਸ਼ਨਸ ਦੇ ਵਿੱਚ ਸਾਨੂੰ ਆਪਣੇ ਫੈਮਿਲੀ ਫਿਜ਼ੀਸ਼ੀਅਨ ਨੂੰ ਕਦੋਂ ਮਿਲ ਲੈਣਾ ਚਾਹੀਦਾ? ਮੰਨ ਲਓ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਮੈਂ ਬਿਲਕੁਲ ਠੀਕ ਹਾਂ, ਔਰ ਮੈਨੂੰ 8 ਮਹੀਨੇ ਹੋ ਗਏ ਨੇ ਆਪਣੇ ਫੈਮਿਲੀ ਫਿਜ਼ੀਸ਼ੀਅਨ ਨੂੰ ਦੇਖਿਆ, ਕੀ ਇਹ ਠੀਕ ਹੈ? ਹਾਂਜੀ, ਤੇ ਇਸ ਤਰ੍ਹਾਂ ਕਿ ਦੈਟਸ ਅ ਵੈਰੀ ਗੁੱਡ ਕੁਐਸਚਨ। ਮੈਂ ਥੋੜਾ ਜ਼ਰਾ ਸਟੈਪ ਬੈਕ ਕਰਾਂਗਾ ਸਾਰਾ ਤੁਹਾਨੂੰ ਦੱਸਣਾ ਸੀ। ਅਗਰ ਬੱਚਿਆਂ ਦਾ ਦੇਖਿਆ ਜਾਂਦਾ, ਸ਼ੁਰੂ ਤੋਂ ਅਗਰ ਸ਼ੁਰੂ ਕਰੀਏ, ਤੁਹਾਡੇ ਤੇ ਵੀ ਆਉਂਦੇ ਆ, ਏਜ ਵਾਈਜ਼ ਵੀ ਜਾ ਸਕਦੇ ਆ। ਅਗਰ ਥੋੜਾ ਪਿੱਛੇ ਸ਼ੁਰੂ ਤੋਂ ਸ਼ੁਰੂ ਕਰੀ, ਜਦੋਂ ਬੱਚਾ ਪੈਦਾ ਹੁੰਦਾ ਹੈ, ਡਿਲੀਵਰੀ ਹੁੰਦੀ ਹੈ ਹਸਪੀਟਲ ਵਿੱਚ, ਉਸ ਤੋਂ ਬਾਅਦ ਰਿਕਮੈਂਡ ਕੀਤਾ ਜਾਂਦਾ ਹੈ ਕਿ ਵਿਦ ਇਨ ਅ ਵੀਕ ਜਾ ਕੇ ਆਪਣੇ ਫੈਮਿਲੀ ਡਾਕਟਰ ਨੂੰ ਦੇਖੋ। ਤੇ ਉਸ ਵਜ੍ਹਾ ਹੁੰਦੀ ਹੈ ਕਿ ਤੁਹਾਡਾ ਐਟਲੀਸਟ ਸਾਰੇ ਜੋ ਰੈਕਰਡਸ ਨੇ ਹਸਪੀਟਲ ਦੇ ਉਹ ਚੈੱਕ ਹੋ ਜਾਣ, ਡਿਲੀਵਰੀ ਦਾ ਪਤਾ ਚੱਲ ਜਾਏ ਕੀ ਹੋਇਆ। ਉਸ ਤੋਂ ਬਾਅਦ 2 ਮਹੀਨੇ ਤੇ ਚੈੱਕਅਪ ਹੁੰਦਾ ਬੱਚੇ ਦਾ, 4 ਮਹੀਨੇ ਤੇ ਹੁੰਦਾ ਹੈ, 6 ਮਹੀਨੇ ਤੇ, 9 ਮੰਥ ਤੇ, 9 ਮਹੀਨੇ ਤੇ, ਸਾਲ ਦੇ ਬਾਅਦ। ਫਿਰ ਉਸ ਵਿੱਚ ਜਦੋਂ ਬੱਚਾ ਥੋੜਾ ਪ੍ਰੀ ਸਕੂਲਰ ਤੱਕ ਹੋ ਜਾਂਦਾ ਹੈ, ਐਵਰੀ ਈਅਰ ਹੋਣਾ ਚਾਹੀਦਾ। ਉਸ ਤੋਂ ਬਾਅਦ ਜਿਹੜਾ ਹੈ ਐਵਰੀ 2 ਈਅਰ 3 ਈਅਰ ਹੋ ਸਕਦਾ ਹੈ। ਲਾਜ਼ਮੀ ਨਹੀਂ ਕਿ ਐਵਰੀ ਈਅਰ ਪੂਰਾ ਚੈੱਕਅਪ ਹੋਣਾ ਚਾਹੀਦਾ। ਜਦੋਂ ਤੁਹਾਨੂੰ ਕੋਈ ਗਲਾ ਸ਼ਲਾ ਖਰਾਬ ਹੋਇਆ ਹੈ, ਜਾਂ ਖਾਂਸੀ ਹੋਈ ਹੈ, ਕੋਈ ਸੱਟ ਲੱਗ ਗਈ ਹੈ, ਕੋਈ ਵੀ ਪ੍ਰੋਬਲਮ ਹੁੰਦੀ, ਉਸ ਵੇਲੇ ਤਾਂ ਜਾਣਾ ਹੀ ਹੈ ਤੁਸੀਂ।
ਐਜ਼ ਅ ਰੂਟੀਨ ਟੈਸਟ ਵਾਸਤੇ ਤੁਸੀਂ ਗੱਲ ਕਰ ਰਹੇ ਹੋ ਨਾ, ਉਹ ਜਦੋਂ ਟੀਨੇਜਰਸ ਹੁੰਦੇ ਨੇ, that can be every few years, even adult life ਵਿੱਚ ਵੀ every few years, every year ਦੀ ਲੋੜ ਕੋਈ ਨਹੀਂ, unless ਕਿ ਤੁਹਾਡੇ ਡਾਕਟਰ ਸਾਹਿਬ ਕਹਿੰਦੇ ਨੇ ਹਾਂ ਕਿ ਆ ਕੇ ਕੋਈ ਸਕਰੀਨਿੰਗ ਟੈਸਟ ਕਰਨੇ ਨੇ। ਤੇ ਸਕਰੀਨਿੰਗ ਟੈਸਟ ਵੀ ਹੁੰਦੇ ਨੇ ਐਟ ਡਿਫਰੈਂਟ ਏਜਿਸ ਆਫ ਲਾਈਫ, ਉਹ ਵੀ ਡਿਸਕਸ ਕਰ ਲੈਣੇ ਚਾਹੀਦੇ ਆ। ਅਗਰ ਕਹਿੰਦੇ ਤੇ ਹੁਣੇ ਡਿਸਕਸ ਕਰ ਲਈਏ, ਨਹੀਂ ਤੇ ਥੋੜੀ ਦੇਰ ਬਾਅਦ ਕਰ ਲੈਂਦੇ ਆ ਜਿੱਦਾਂ ਕਹਿੰਦੇ। ਤੇ ਐਡਲਟ ਜਦੋਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਪਰਫੈਕਟਲੀ ਹੈਲਦੀ ਹੋ, ਤੇ ਯੂਜਲੀ ਅੰਡਰ 40 ਜਿਹੜਾ ਨਾ ਐਵਰੀ ਫਿਊ ਈਅਰਸ ਇਜ਼ ਫਾਈਨ। 40 ਸਾਲ ਤੋਂ ਉੱਤੇ ਜਿਹੜਾ ਨਾ ਪ੍ਰੈਫਰ ਕੀਤਾ ਜਾਂਦਾ ਹੈ ਕਿ ਐਵਰੀ ਈਅਰ ਹੋ ਜਾਏ ਐਗਜ਼ਾਮੀਨੇਸ਼ਨ। ਜੀ, ਕੰਪਲੀਟ ਜਿਹਨੂੰ ਅਸੀਂ ਕਹਿੰਦੇ ਕੰਪਲੀਟ ਐਗਜ਼ਾਮ। ਹਾਂ, ਕੰਪਲੀਟ ਐਗਜ਼ਾਮ ਜਿਹੜਾ ਉਹ ਥਾਰੋ ਐਗਜ਼ਾਮ ਹੁੰਦਾ ਹੈ। ਅਗਰ ਮੈਂ ਤੁਹਾਨੂੰ ਦੱਸ ਦੇਣਾ ਕਿ ਥਾਰੋ ਐਗਜ਼ਾਮ ਦਾ ਕੀ ਹੁੰਦਾ ਹੈ, ਕੀ ਕਰਨਾ ਚਾਹੀਦਾ ਔਰ ਕਿਸ ਤਰ੍ਹਾਂ ਪ੍ਰੀਪੇਅਰ ਕਰਨਾ ਚਾਹੀਦਾ ਉਸਦਾ। ਹਾਂਜੀ, ਤੇ ਤੁਸੀਂ ਅਗਰ ਬੁੱਕ ਕਰਾਉਂਦੇ ਹੋ ਕੰਪਲੀਟ ਫਿਜ਼ੀਕਲ ਐਗਜ਼ਾਮ ਜਿਸਨੂੰ ਕਹੀਦਾ ਹੈ ਆਪਣੇ ਡਾਕਟਰ ਦੇ ਨਾਲ, ਉਹ ਬੁੱਕ ਕਰਾਉਂਦੇ ਹੋ, ਯੂਜਲੀ ਹੁੰਦੀ ਹੈ 30 ਮਿੰਟ ਦੀ ਅਪੁਆਇੰਟਮੈਂਟ ਹੁੰਦੀ ਹੈ ਜੀ, 30 ਮਿੰਟ ਦੀ। ਉਸ ਤੋਂ ਜਾਣ ਤੋਂ ਪਹਿਲਾਂ ਤੁਸੀਂ ਬਿਹਤਰ ਹੈ ਕਿ ਆਪਣਾ ਵੀ ਜਾਣ ਤੋਂ ਪਹਿਲਾਂ ਪ੍ਰੀਪੇਅਰ ਹੋ ਜਾਓ, ਕਿ ਦੇਖ ਲਓ ਕਿ ਤੁਸੀਂ ਕੋਈ ਓਵਰ ਦਾ ਕਾਊਂਟਰ ਮੈਡੀਸਨ ਲੈ ਰਹੇ ਹੋ ਕਿ ਨਹੀਂ, ਉਹ ਵੀ ਲੈ ਲਓ। ਅਗਰ ਤੁਹਾਨੂੰ ਸ਼ੂਗਰ ਹੈ, ਬਲੱਡ ਪ੍ਰੈਸ਼ਰ ਹੈ, ਉਹ ਰੂਟੀਨਲੀ ਘਰ ਵਿੱਚ ਚੈੱਕ ਕਰ ਲਓ। ਸ਼ੂਗਰ ਵੀ ਚੈੱਕ ਕਰ ਲਓ, ਜਾ ਕੇ ਡਿਸਕਸ ਕਰਨਾ ਤੁਸੀਂ ਜਾ ਕੇ। ਮੈਡੀਸਨ ਆਪਣੀਆਂ ਜਿਹੜੀਆਂ ਨੇ ਸਾਰੀਆਂ ਲੈ ਜਾਓ ਨਾਲ ਮੈਡੀਸਨ, ਤਾਂ ਕਿ ਕਨਫਿਊਜ਼ਨ ਨਾ ਹੋਏ। ਤੇ ਜਦੋਂ ਜਾਓਗੇ ਤੁਸੀਂ, ਤੁਹਾਡੇ ਹਾਈਟ ਵੇਟ ਚੈੱਕ ਹੁੰਦਾ ਹੈ, ਬਲੱਡ ਪ੍ਰੈਸ਼ਰ ਚੈੱਕ ਹੁੰਦਾ ਹੈ, ਡਾਕਟਰ ਸਾਹਿਬ ਤੁਹਾਡੀ ਫਾਈਲ ਰਿਵਿਊ ਕਰਦੇ ਨੇ ਕਿ ਕੀ ਮੈਡੀਸਨ ਲੈ ਰਹੇ ਹੋ ਤੁਸੀਂ, ਕਿਹੜੇ ਟੈਸਟ ਹੋ ਚੁੱਕੇ ਨੇ, ਇਸ ਏਜ ਤੇ ਕਿਹੜੀ ਸਕਰੀਨਿੰਗ ਹੋਣੀ ਹੈ ਤੁਹਾਡੀ, ਕਿਹੜੀ ਸਪੈਸ਼ਲਿਸਟ ਨੂੰ ਤੁਸੀਂ ਦੇਖ ਚੁੱਕੇ ਹੋ, ਕਿਹੜੇ ਹੁਣ ਦੇਖਣੇ ਬਾਕੀ ਨੇ, ਕਿਹੜੇ ਪੈਂਡਿੰਗ ਨੇ, ਉਹ ਸਾਰਾ ਡਿਸਕਸ਼ਨ ਹੁੰਦਾ ਹੈ। ਇਟ ਟੇਕਸ ਅਬਾਊਟ 10-15 ਮਿੰਟਸ, ਉਹ ਸਾਰੀ ਫਾਈਲ ਰਿਵਿਊ ਹੋ ਜਾਏਗੀ। ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਐਗਜ਼ਾਮਿਨ ਕਰਨਾ ਹੈ ਫਰੋਮ ਹੈਡ ਟੂ ਟੋ। ਸੋ ਹੈਡ ਟੂ ਟੋ ਦਾ ਮਤਲਬ ਤੁਹਾਡੇ ਆਈਜ਼ ਦਾ ਹੋਣਗੇ ਐਗਜ਼ਾਮੀਨੇਸ਼ਨ, ਹੇਅਰ ਦਾ ਪ੍ਰੋਬਲਮ ਹੈ ਉਹ ਦੇਖਣਗੇ, ਨੋਜ਼, ਥਰੋਟ, ਟੀਥ ਵਾਲਾ ਦਾ ਪ੍ਰੋਬਲਮ ਉਹ ਚੈੱਕ ਕਰ ਲੈਣਗੇ, ਆਈਜ਼, ਈਅਰਸ, ਨੈਕ ਦਾ ਦੇਖਣਗੇ, ਆਲ ਦ ਵੇ ਡਾਊਨ ਚੈਸਟ ਸੁਣਨਗੇ, ਹਾਰਟ ਦੀ ਸਾਊਂਡ ਸੁਣੀਆਂ ਜਾਣਗੀਆਂ, ਜੁਆਇੰਟਸ ਵਾਲਾ ਦਾ ਐਗਜ਼ਾਮਨ ਹੋਏਗਾ, ਪਲਸਿਸ ਚੈੱਕ ਕੀਤੀਆਂ ਜਾਣਗੀਆਂ, ਤੁਹਾਡਾ ਸਟਮਕ ਦਾ, ਐਬਡੋਮਨ ਦਾ ਚੈੱਕ ਹੋਏਗਾ, ਪਲਸਿਸ ਲੈਗਸ ਦੀਆਂ ਚੈੱਕ ਹੋਣਗੀਆਂ, ਰਿਫਲੈਕਸਿਸ ਚੈੱਕ ਹੋਣਗੇ। ਬੇਸਿਕਲੀ ਇਟਸ ਅ ਕੰਪਲੀਟ ਥਾਰੋ ਐਗਜ਼ਾਮੀਨੇਸ਼ਨ ਜੀ। ਇਟਸ ਇੰਪੋਰਟੈਂਟ ਕਿ ਵਨਸ ਅ ਈਅਰ ਹੋ ਜਾਏ, ਸਪੈਸ਼ਲੀ 40 ਸਾਲ ਤੋਂ ਬਾਅਦ ਨਾ। ਤੇ ਉਸ ਤੋਂ ਬਾਅਦ ਫਿਰ ਤੁਹਾਡੀ ਕੋਈ ਮੈਡੀਸਨ ਚਾਹੀਦੀਆਂ ਹੋਣਗੀਆਂ, ਉਹ ਹੋਣਗੀਆਂ। ਫਿਰ ਤੁਹਾਡਾ ਇੱਕ ਬੇਸਿਕਲੀ ਇੱਕ ਪਲਾਨ ਬਣ ਜਾਂਦਾ ਫॉर ਅ ਈਅਰ ਤੇ ਜੀ ਹਾਂ ਜੀ ਇਸ ਸਾਲ ਸਾਡੇ ਗੋਲਸ ਕੀ ਨੇ। ਡਾਕਟਰ ਇਹ ਡਿਸਕਸ ਕਰ ਸਕਦੇ ਨੇ ਕਿ ਹਾਂਜੀ ਐਗਜ਼ਾਮੀਨੇਸ਼ਨ ਤੇ ਇਹ ਫਾਈਂਡਿੰਗਸ ਆਈਆਂ ਨੇ, ਤੁਹਾਡੇ ਬਲੱਡ ਟੈਸਟ ਤੇ ਇਹ ਆਇਆ ਹੈ, ਦਵਾਈਆਂ ਤੁਸੀਂ ਇਹ ਲੈ ਰਹੇ ਹੋ, ਹੁਣ ਕਿਸ ਤਰ੍ਹਾਂ ਇਸ ਨੂੰ ਬਿਹਤਰ ਕੀਤਾ ਜਾ ਸਕਦਾ ਹੈ। ਇਹ ਨਹੀਂ ਕਿ ਸਿਰਫ ਦਵਾਈਆਂ ਹੀ ਲਈਆਂ ਜਾਣ, ਲਾਈਫ ਸਟਾਈਲ ਮੋਡੀਫਿਕੇਸ਼ਨ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ, ਕੀ ਰਿਸੋਰਸਿਸ ਅਵੇਲੇਬਲ ਨੇ। ਤੁਹਾਨੂੰ ਆਈ ਸਪੈਸ਼ਲਿਸਟ ਭੇਜਣਾ ਅੱਖਾਂ ਦਾ ਚੈੱਕ ਕਰਾਉਣ ਵਾਸਤੇ, ਐਕਸਰਸਾਈਜ਼ ਕਿੰਨੀ ਜ਼ਰੂਰੀ ਹੈ ਡੇਲੀ ਜੀ, ਵਜ਼ਨ ਕਿੰਨਾ ਕੰਮ ਕਰਨਾ ਹੈ ਸਾਲ ਵਿੱਚ। ਲੈਟਸ ਸੈਟ ਅ ਟਾਰਗੇਟ ਕਿ ਤੁਸੀਂ ਆਪਣੇ ਡਾਕਟਰ ਨਾਲ ਬਹਿ ਕੇ ਮਿਲ ਕੇ ਡਿਸਕਸ਼ਨ ਕਰ ਲੈਂਦੇ ਹੋ ਕਿ ਹਾਂਜੀ ਸਾਡਾ ਇਹ ਗੋਲ ਹੈਗਾ ਇਸ ਸਾਲ ਤੇ ਅਗਲੇ ਸਾਲ ਫਿਰ ਉਹ ਰਿਵਿਊ ਹੋ ਜਾਏਗਾ। ਜੀ ਜੀ। ਤੇ ਅਸੀਂ ਆਪਣੇ ਜਿਹੜੇ ਰਿਜ਼ਲਟਸ ਨੇ ਉਹਨਾਂ ਦੀਆਂ ਕਾਪੀਜ਼ ਆਪਣੇ ਡਾਕਟਰ ਤੋਂ ਮੰਗ ਸਕਦੇ ਹਾਂ ਜੀ? ਹਾਂਜੀ ਬਿਲਕੁਲ, ਕਿਉਂਕਿ ਤੁਹਾਡਾ ਰਾਈਟ ਹੈ, ਤੁਹਾਡੇ ਰਿਜ਼ਲਟਸ ਨੇ, ਤੁਸੀਂ ਮੰਗ ਸਕਦੇ ਹੋ। ਲੇਕਿਨ ਮੈਂ ਉਸ ਤੇ ਇੱਕ ਕੌਸ਼ਨ ਦਿਆਂਗਾ ਕਿ ਪਹਿਲਾਂ ਸੋਚੋ ਕਿਉਂ ਮੰਗ ਰਹੇ ਹੋ ਤੁਸੀਂ, ਜੀ ਜੀ, ਕੀ ਲੋੜ ਹੈ ਤੁਹਾਨੂੰ ਲੈਣ ਦੀ। ਕਿਉਂਕਿ ਤੁਹਾਡੀ ਫਾਈਲ ਜਿਹੜੀ ਹੈ ਤੁਹਾਡੇ ਫੈਮਿਲੀ ਡਾਕਟਰ ਕੋਲ ਮੇਨਟੇਨ ਹੈਗੀ, ਸਾਰਾ ਪੇਪਰਲੈਸ ਸਿਸਟਮ ਹੈ। ਮੋਸਟਲੀ ਲਾਈਕ 90% ਦੇ ਲੋਕ ਹੁਣ ਪੇਪਰ ਤੇ ਹੈ ਕੋਈ ਨਹੀਂ, ਸਾਰਾ EMR ਇਲੈਕਟ੍ਰੋਨਿਕ ਮੈਡੀਕਲ ਰੈਕਰਡਸ ਤੇ ਤੁਹਾਡਾ ਸਾਰਾ ਨਾ ਪੇਪਰ ਸਭ ਕੁਛ ਐਵਰੀਥਿੰਗ ਹਿਸਟਰੀ ਇਨ ਦਾ ਕੰਪਿਊਟਰ। ਤੁਸੀਂ ਫਾਈਲਾਂ ਲੈ ਕੇ ਜਾਂ ਰਿਜ਼ਲਟ ਲੈ ਕੇ ਘਰ ਜਾਂਦੇ ਹੋ, ਫਾਈਲ ਵਿੱਚ ਰੱਖ ਦਿੰਦੇ ਹੋ, ਕੋਈ ਦੇਖਦਾ ਵੀ ਕੋਈ ਨਹੀਂ, ਪਏ ਰਹਿੰਦੇ ਨੇ, ਕਈ ਦਫਾ ਇੱਧਰ ਉੱਧਰ ਹੋ ਜਾਂਦੇ ਨੇ। ਜਿਹੜੀ ਤੁਹਾਡੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੈ ਕਈ ਵਾਰੀ ਘਰ ਵਿੱਚ ਚਲੀ ਜਾਏਗੀ। ਕਈ ਕੇਸਿਸ ਹੁੰਦੇ ਨੇ, ਤੁਸੀਂ ਜਨਾਬ ਡਾਕਟਰ ਦੇ ਆਫਿਸ ਤੋਂ ਨਿਕਲੇ ਹੋ, ਤੁਸੀਂ ਰਿਜ਼ਲਟ ਹੱਥ 'ਚ ਫੜੇ ਨੇ, ਟਿਮ ਹਾਰਟਨ ਚਲੇਗੀ, ਗੱਪਸ਼ਪ ਮਾਰੀ, ਦੋਸਤਾਂ ਨਾਲ ਬੈਠੇ, ਉਹ ਪੇਪਰ ਉੱਥੇ ਛੱਡ ਦਿੱਤਾ। ਜੀ ਜੀ, ਦੈਟਸ ਯੂਰ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ, ਕਿਸੇ ਕੋਲ ਜਾਣੀ ਨਹੀਂ ਚਾਹੀਦੀ। ਹੁਣ ਇੱਕ ਨਵੀਂ ਚੀਜ਼ ਸ਼ੁਰੂ ਹੋਈ ਹੈ ਕਾਲਡ ਪੇਸ਼ੈਂਟ ਪੋਰਟਲ।
ਤੇ ਅਲਬਰਟਾ ਹੈਲਥ ਸਰਵਿਸਿਜ਼ ਨੇ ਸ਼ੁਰੂ ਕੀਤਾ। ਤੁਸੀਂ ਲੌਗਇਨ ਕਰਕੇ ਆਪਣਾ ਅਕਾਊਂਟ ਸੈੱਟ ਕਰਦੇ ਹੋ, ਲੌਗਇਨ ਕਰਕੇ ਸਾਰੇ ਆਪਣੇ ਰਿਜ਼ਲਟਸ ਦੇਖ ਸਕਦੇ ਹੋ ਆਪੇ ਹੀ। ਅੱਜ ਗਏ ਹੋ ਟੈਸਟ ਵਾਸਤੇ, ਅਗਲੇ ਦਿਨ ਤੁਹਾਡੇ ਰਿਜ਼ਲਟਸ ਅਵੇਲੇਬਲ ਹੋਣਗੇ। ਤੇ ਇੱਕ ਹੋਰ ਚੀਜ਼ ਜਿਹੜੀ ਹੁੰਦੀ ਹੈ ਵਿਚ ਇਜ਼ ਵੈਰੀ ਇੰਪੋਰਟੈਂਟ, ਉਹ ਤੇ ਕੋਈ ਇਸ਼ੂ ਨਹੀਂ, ਡਾਕਟਰ ਆਰਾਮ ਨਾਲ ਪ੍ਰਿੰਟ ਕਰਕੇ ਤੁਹਾਨੂੰ ਪੇਪਰ ਦੇ ਦੇਗਾ। ਲੇਕਿਨ ਤੁਸੀਂ ਘਰ ਲੈ ਕੇ ਜਾਂਦੇ ਹੋ, ਫਿਰ ਦੇਖਣਾ ਸ਼ੁਰੂ ਕਰਦੇ ਹੋ, ਨਾਰਮਲ ਵੈਲਿਊ ਇਹ ਹੈਗੀ, ਤੁਹਾਡਾ ਰਿਜ਼ਲਟ ਹੈ, ਤੁਸੀਂ ਸਟ੍ਰੈਸ 'ਚ ਆ ਜਾਂਦੇ ਹੋ। ਇੱਕ ਵਾਰੀ ਸਮਝ ਨਹੀਂ ਆਉਂਦੀ, ਹਾਂਜੀ ਇਹ ਕਿਉਂ ਰੈਡ ਕਿਉਂ ਹੈਗਾ, ਇਹ ਸਹੀ ਹੋਣਾ ਚਾਹੀਦਾ। ਸਮਟਾਈਮ ਨੰਬਰਸ ਅਲੋਨ ਡਜ਼ਨਟ ਮੈਟਰ, ਇਟਸ ਅ ਹੋਲ ਕੰਡੀਸ਼ਨ, ਰਾਈਟ। ਤੇ ਇਸ ਵਾਸਤੇ ਮੈਂ ਕਾਸ਼ਨ ਕਰਾਂਗਾ ਕਿ ਲੈ ਕੇ ਜਾ ਰਹੇ ਹੋ ਤਾਂ ਸੋਚਣਾ ਚਾਹੀਦਾ ਕਿਸ ਵਾਸਤੇ ਲੈ ਕੇ ਜਾ ਰਹੇ ਹੋ। ਆਈਦਰ ਇਜ਼ ਸੇਫ ਇਨ ਯੂਰ ਹਾਊਸ, ਤੁਹਾਡੀ ਪਰਸਨਲ ਇਨਫੋਰਮੇਸ਼ਨ ਕਿਸੇ ਹੋਰ ਤਰ੍ਹਾਂ ਤੇ ਨਹੀਂ ਚਲੀ ਜਾਂਦੀ, ਕਿਉਂਕਿ ਸਾਡੇ ਕੋਲ ਜਿਹੜੇ ਮੋਸਟਲੀ ਮੈਡੀਕਲ ਆਫਿਸਿਸ ਵਿੱਚ ਸ਼ਰੈਡਰ ਦੀ ਸਰਵਿਸਿਜ਼ ਹੈ ਨੇ, ਕੰਪਨੀਜ਼ ਆਉਂਦੀਆਂ ਨੇ ਜਿਹੜੇ ਪੇਪਰਸ ਲੈ ਕੇ ਸ਼ਰੈਡ ਕਰ ਦਿੰਦੀਆਂ ਨੇ ਤਾਂ ਕਿ ਤੁਹਾਡੀ ਇਨਫੋਰਮੇਸ਼ਨ ਮਹਿਫੂਜ਼ ਰਹੇ। ਤੇ ਉਹ ਦੇਖਣਾ ਚਾਹੀਦਾ ਕਿ ਅਗਰ ਬੈਨੀਫਿਟ ਹੈ ਵੀ ਕਿ ਨਹੀਂ ਤੁਹਾਨੂੰ। ਜੀ 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 ਜੀ। ਸੋ ਡਾਕਟਰ ਸਾਹਿਬ, ਪੇਸ਼ੈਂਟ ਮੈਡੀਕਲ ਹੋਮ ਦੇ ਬਾਰੇ ਜਾਣਕਾਰੀ ਅਸੀਂ ਚਾਹਾਂਗੇ, ਕੀ ਚੀਜ਼ ਹੈ ਜੀ? ਹਾਂਜੀ, ਪੇਸ਼ੈਂਟ ਮੈਡੀਕਲ ਹੋਮ ਜਿਸ ਤਰ੍ਹਾਂ ਮੈਂ ਮੈਂਸ਼ਨ ਕੀਤਾ ਸੀ ਕਿ ਕੈਨੇਡਾ ਵਿੱਚ ਫੈਮਿਲੀ ਫਿਜ਼ੀਸ਼ੀਅਨ ਜਾਂ ਫੈਮਿਲੀ ਮੈਡੀਸਨ ਜਿਹੜੀ ਹੈ ਨਾ, ਸਭ ਤੋਂ ਪਹਿਲਾਂ ਸ਼ੁਰੂ ਹੋਈ ਸੀ ਦੁਨੀਆ ਵਿੱਚ, ਤੇ ਇਟਸ ਅ ਲੀਡਿੰਗ ਇਨ ਫੈਮਿਲੀ ਮੈਡੀਸਨ। ਤੇ ਕੈਨੇਡਾ ਜਿਹੜਾ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਸ ਹੈਗਾ, ਉਹਨਾਂ ਦਾ ਇਨੀਸ਼ੀਏਟਿਵ ਸੀ ਮੈਡੀਕਲ ਹੋਮ ਦਾ, ਕੋਈ 15-16 ਸਾਲ ਹੋ ਗਏ ਨੇ, which was revised again 10 years ago। ਤੇ ਉਸਦਾ ਕਨਸੈਪਟ ਹੈ ਕਿ ਜਿਸ ਤਰ੍ਹਾਂ ਫੈਮਿਲੀ ਫਿਜ਼ੀਸ਼ੀਅਨ ਹੁੰਦਾ, ਇਸੇ ਤਰ੍ਹਾਂ ਮਰੀਜ਼ ਦਾ ਇੱਕ ਮੈਡੀਕਲ ਹੋਮ ਹੋਏ, ਜਿੱਥੇ ਤੁਸੀਂ ਕਹਿ ਸਕਦੇ ਹੋ ਵਨ ਸਟਾਪ ਸ਼ਾਪ ਇਨ ਅ ਵੇ, ਜਿੱਥੇ ਸਾਰਾ ਕੁਝ ਅਵੇਲੇਬਲ ਹੋਏ। ਇਟਸ ਨਾਰਮਲੀ ਉਹ ਹੁੰਦਾ ਗਰੁੱਪ ਪ੍ਰੈਕਟਿਸ ਹੁੰਦੀ ਹੈ ਕਿ 4-5 ਡਾਕਟਰਸ ਨੇ, 3-4 ਡਾਕਟਰਸ ਨੇ ਇੱਕ ਹੀ ਕਲੀਨਿਕ ਵਿੱਚ, ਉਹ ਤੁਹਾਡਾ ਹੋਮ ਹੈ। ਸਪੋਜ਼ ਮੇਰਾ ਕਲੀਨਿਕ ਹੈ, ਅਸੀਂ 4-5 ਲੋਕ ਹਾਂ, ਜਿੰਨੇ ਵੀ ਮਰੀਜ਼ ਉੱਥੇ ਆਉਂਦੇ ਨੇ ਉਹਨਾਂ ਦਾ ਦੈਟ ਕੈਨ ਬੀ ਮੈਡੀਕਲ ਹੋਮ। ਮੀਨਿੰਗ ਕਿ ਤੁਸੀਂ ਜਾਣਦੇ ਹੋ ਤੁਹਾਡਾ ਡਾਕਟਰ ਛੁੱਟੀ ਤੇ ਜਾਂ ਅਵੇਲੇਬਲ ਨਹੀਂ, ਲੇਕਿਨ ਤੁਹਾਡੀ ਫਾਈਲ ਉੱਥੇ ਹੈਗੀ, ਤੁਹਾਡੇ ਸਾਰਾ ਕੁਝ ਰੈਕਰਡ ਉੱਥੇ ਹੈ, ਤੁਸੀਂ ਉੱਥੇ ਜਾ ਕੇ ਕਿਸੇ ਹੋਰ ਡਾਕਟਰ ਨੂੰ ਵੀ ਦੇਖ ਸਕਦੇ ਹੋ। ਇਜ਼ ਅ ਗਰੁੱਪ ਪ੍ਰੈਕਟਿਸ, ਤੁਹਾਡਾ ਉਸ ਹੋਮ ਹੈ। ਤੇ ਪਲੱਸ ਉਸਦਾ ਹੈ ਕਿ ਉਸਦੀ ਸਿਰਫ ਇਹ ਨਹੀਂ ਕਿ ਤੁਸੀਂ ਡਾਕਟਰ ਨੂੰ ਦੇਖਣਾ, ਡਾਕਟਰ ਦੇ ਨਾਲ ਮੈਡੀਕਲ ਹੋਮ ਦਾ ਕਨਸੈਪਟ ਹੈ ਕਿ ਜਿਹੜੀਆਂ ਰਿਲੇਟਿਡ ਅਲਾਈਡ ਮੈਡੀਕਲ ਹੈਲਥ ਜਿਸ ਨੂੰ ਕਹੀਦਾ ਹੈ, ਫਾਰਮਾਸਿਸਟ ਹੋ ਗਏ, ਨਰਸਿਸ ਹੋ ਗਈ, ਤੇ ਫਿਜ਼ੀਓਥੈਰੇਪਿਸਟ ਐਂਡ ਇਸੇ ਤਰ੍ਹਾਂ ਡਾਈਟੀਸ਼ੀਅਨ, ਦੇ ਆਰ ਪਾਰਟ ਆਫ ਦ ਗਰੁੱਪ। ਠੀਕ ਹੈ ਨਾ, ਉਹ ਸਾਰਾ ਉੱਥੇ ਹੁੰਦੇ ਨੇ। ਮੇਰੇ ਕੋਲ ਮਰੀਜ਼ ਆਇਆ ਕੋਈ, ਉਸਨੂੰ ਅਚਾਨਕ ਕਿ ਮੈਂਟਲ ਇਸ਼ੂ ਹੈਗਾ, ਸਾਈਕੋਲੋਜਿਸਟ ਨੂੰ ਦੇਖਣਾ ਹੈ, ਕਾਉਂਸਲਿੰਗ ਕਰਨੀ ਹੈ, ਤਾਂ ਉਸੇ ਮੈਡੀਕਲ ਹੋਮ ਵਿੱਚ ਸਾਈਕੋਲੋਜਿਸਟ ਵੀ ਹੈ, ਕਾਉਂਸਲਰ ਵੀ ਅਵੇਲੇਬਲ ਹੈ, ਅਸੀਂ ਉਸ ਦੇ ਨਾਲ ਬੁੱਕ ਕਰ ਦਿਆਂਗੇ ਤੇ ਉਹ ਜਾ ਕੇ ਡਿਸਕਸ ਕਰ ਦਿੰਦੇ ਨੇ। ਐਜ਼ ਅ ਟੀਮ ਮੀਟਿੰਗ ਵੀ ਹੋ ਜਾਂਦੀ ਹੈ। ਮੇਰੇ ਡਾਇਬਟਿਕ ਪੇਸ਼ੈਂਟ ਜਿਹੜੇ ਨੇ, ਉਹਨਾਂ ਨੂੰ ਅਗਰ ਡਾਇਬਟਿਕ ਨਰਸ ਨੇ ਦੇਖਣਾ ਹੈ ਤੇ ਉਸ ਦੇ ਨਾਲ ਅਸੀਂ ਅਪਾਇੰਟਮੈਂਟ ਕਰ ਲੈਂਦੇ ਹਾਂ। ਉਹ ਡਿਸਕਸ਼ਨ ਕਰਦੇ ਨੇ ਜਾ ਕੇ ਸਾਰੇ ਡਾਈਟ ਰਿਲੇਟਿਡ, ਔਰ ਕਿਹੜੀਆਂ ਫੂਡ ਖਾਣੀ ਨੇ, ਕਿਹੜੀ ਨਹੀਂ ਖਾਣੀ, ਦਵਾਈ ਕਦੋਂ ਲੈਣੀ ਹੈ। ਨਾਲ ਫੈਮਿਲੀ ਡਾਕਟਰ ਵੀ ਕਈ ਵਾਰ ਬੈਠ ਜਾਂਦੇ ਨੇ, ਇਕੱਠੇ ਮੀਟਿੰਗ ਕਰ ਲੈਂਦੇ, ਟੀਮ ਮੀਟਿੰਗ ਹੋ ਜਾਂਦੀ ਹੈ। ਸੋ ਦੈਟਸ ਦ ਕਨਸੈਪਟ ਆਫ ਮੈਡੀਕਲ ਹੋਮ, ਕਿ ਤੁਹਾਡੀ ਇੱਕ ਇਸ ਵਨ ਰਿਸੋਰਸ, ਵਨ ਕਹਿ ਲਓ ਕਿ ਜਿਹੜੀ ਬਿਲਡਿੰਗ ਹੈ, ਉਸ ਬਿਲਡਿੰਗ ਵਿੱਚ ਸਾਰੇ ਰਿਸੋਰਸਿਸ ਅਵੇਲੇਬਲ ਨੇ। ਉੱਥੋਂ ਇਨਫੋਰਮੇਸ਼ਨ ਬਾਹਰ ਜਾਏਗੀ ਸਪੈਸ਼ਲਿਸਟ ਕੋਲੋਂ, ਸੈਕੰਡਰੀ ਕੇਅਰ ਜਿਸ ਨੂੰ ਕਹੀਦਾ, ਜਾਂ ਟਰਸ਼ਰੀ ਕੇਅਰ ਹਸਪੀਟਲ, ਜੋ ਵੱਡੇ ਹਸਪੀਟਲ ਨੇ, ਉੱਥੇ ਜਾਂਦੇ ਹੋ ਤੁਸੀਂ, ਉੱਥੇ ਦੀ ਇਨਫੋਰਮੇਸ਼ਨ ਵਾਪਸ ਉਸ ਮੈਡੀਕਲ ਹੋਮ ਵਿੱਚ ਆਏਗੀ, ਤਾਂ ਕਿ ਤੁਹਾਡੇ ਹੈਲਥ can be looked after in a better way, comprehensive way, completely assess ਹੋ ਸਕੇ। ਇਸੇ ਤਰ੍ਹਾਂ ਨਾਲ ਉਸ ਮੈਡੀਕਲ ਹੋਮ ਦੇ ਫਿਰ ਡਿਫਰੈਂਟ ਤੁਸੀਂ ਸੈਟ ਕਰ ਸਕਦੇ ਹੋ ਐਜ਼ ਅ ਗਰੁੱਪ ਆਫ ਡਾਕਟਰਸ। ਉਹਨਾਂ ਨੇ ਕੀ ਚੀਜ਼ਾਂ ਕਰਨੀਆਂ ਨੇ ਪੇਸ਼ੈਂਟ ਵਾਸਤੇ, ਉਸ ਬੈਟਰ ਹੈਲਥ ਵਾਸਤੇ। ਸਕਰੀਨਿੰਗ ਟੈਸਟ ਹੁੰਦੇ ਨੇ ਡਿਫਰੈਂਟ ਕਿਸਮ ਦੇ, ਹਰ ਇੰਟਰਵਲ ਵਿੱਚ ਕਿਹੜੇ ਸਕਰੀਨਿੰਗ ਟੈਸਟ ਕਰਦੇ ਨੇ, ਉਹ ਮੈਂ ਮੈਂਸ਼ਨ ਕਰ ਦੇਣਾ, ਕਿਉਂਕਿ ਇਟਸ ਵੈਰੀ ਵੈਰੀ ਇੰਪੋਰਟੈਂਟ ਨਾ। ਸਕਰੀਨਿੰਗ ਕਿਹੜੀ ਕਰਨੀ ਹੁੰਦੀ ਹੈ, ਜਿਹੜੀ ਫਿਜ਼ੀਕਲ ਜਿਹੜਾ ਐਵਰੀ ਈਅਰ ਕਰਨਾ ਹੁੰਦਾ, ਉਸੇ ਤੇ ਮਸਟ ਹੈਗਾ। ਇੱਕ ਤੇ ਬਲੱਡ ਪ੍ਰੈਸ਼ਰ ਚੈੱਕ ਹੋਣਾ ਚਾਹੀਦਾ, ਹਾਈਟ ਵੇਟ ਚੈੱਕ ਹੋਣੀ ਚਾਹੀਦੀ ਹੈ, ਤੇ ਨਾਲ ਇਹ ਅਸੈਸ ਕਰਨਾ ਚਾਹੀਦਾ ਹੈ ਆਇਆ ਸਮੋਕਿੰਗ ਹੈ ਕਿ ਨਹੀਂ ਹੈ, ਅਲਕੋਹਲ ਇਨਵੋਲਵਡ ਹੈ ਕਿ ਨਹੀਂ, ਐਕਸਰਸਾਈਜ਼ ਕਿੰਨੀ ਕੀਤੀ ਜਾ ਰਹੀ ਹੈ, ਇਹ ਡਿਸਕਸ਼ਨ ਡੈਫੀਨਿਟਲੀ ਹੋਣੀ ਚਾਹੀਦੀ ਹੈ। ਵੈਕਸੀਨ ਜਿਹੜੀ ਹੈ, ਇਨਫਲੂਐਂਜ਼ਾ ਵੈਕਸੀਨ ਜਾਂ ਬਾਕੀ ਵੈਕਸੀਨ ਦਾ ਸਟੇਟਸ ਚੈੱਕ ਹੋਣਾ ਚਾਹੀਦਾ ਹੈ। ਫਿਰ ਜਦੋਂ ਵੀ ਗੈਟ 올ਡਰ,
ਉਸਦੇ ਹੋਰ ਸਕਰੀਨਿੰਗ ਟੈਸਟ ਆਉਂਦੇ ਨੇ ਤੇ ਜਿਸ ਤਰ੍ਹਾਂ ਮੈਮੋਗ੍ਰਾਫੀ ਹੈ ਫੀਮੇਲ ਵਾਸਤੇ ਜੀ ਉਹ 50 ਸਾਲ ਦੇ ਉੱਤੇ ਹੋਣੀ ਚਾਹੀਦੀ ਹੈ ਐਵਰੀ 2 years ਠੀਕ ਹੈ ਜੀ 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 ਐਵਰੀ 2 years ਮੈਮੋਗ੍ਰਾਫੀ ਹੋਣੀ ਚਾਹੀਦੀ ਹੈ ਸਮ ਕੇਸਿਸ ਵਿੱਚ ਐਵਰੀ ਈਅਰ ਹੋਣੀ ਚਾਹੀਦੀ ਹੈ ਕੋਲਨ ਕੈਂਸਰ ਜਿਹੜਾ ਹੈ ਵੱਡੀਆਂ ਅੰਤੜਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਕੈਂਸਰ ਹੈ ਉਸ ਦੀ ਸਕਰੀਨਿੰਗ 50 ਸਾਲ ਦੇ ਬਾਅਦ ਸ਼ੁਰੂ ਹੁੰਦੀ ਹੈ ਉਹ ਹਰ ਸਾਲ ਰਿਕਮੈਂਡਡ ਹੈ ਐਟਲੀਸਟ ਹਰ ਸਾਲ ਨਹੀਂ ਤੇ 2 ਸਾਲ ਬਾਅਦ ਲਾਜ਼ਮੀ ਹੋਣੀ ਚਾਹੀਦੀ ਹੈ ਕਈ ਦਫਾ ਸਕੋਪ ਰਿਕਮੈਂਡ ਹੁੰਦੀ ਹੈ ਇਸ ਤਰ੍ਹਾਂ ਪੈਪ ਟੈਸਟ ਫੀਮੇਲ ਵਾਸਤੇ ਹੁੰਦੇ ਨੇ ਉਹ ਹਰ 3 ਸਾਲ ਬਾਅਦ ਹੋਣੇ ਚਾਹੀਦੇ ਨੇ ਕਈ ਸਪੈਸ਼ਲ ਕੇਸਿਸ ਵਿੱਚ ਹਰ ਸਾਲ ਹੋਣੇ ਚਾਹੀਦੇ ਨੇ ਇਹ ਬਹੁਤ ਜ਼ਰੂਰੀ ਹੈ ਤੇ ਬਲੱਡ ਟੈਸਟ ਜਿਹੜੇ ਗਲੂਕੋਜ਼ ਟੈਸਟ ਜਿਹੜਾ ਕਰਨਾ ਹੁੰਦਾ ਸ਼ੂਗਰ ਦਾ ਟੈਸਟ ਉਹ ਜਿਹੜਾ ਹਰ ਸਾਲ ਸ਼ੁਰੂ ਹੋ ਜਾਣਾ ਚਾਹੀਦਾ 40 ਸਾਲ ਦੇ ਬਾਅਦ ਇਸੇ ਤਰ੍ਹਾਂ ਕੋਲੈਸਟਰੋਲ ਦਾ ਚੈੱਕ ਹੋਣਾ ਚਾਹੀਦਾ ਤੇ ਡਾਇਬੈਟਿਕਸ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਕਿ ਹਰ 3 ਮਹੀਨੇ ਬਾਅਦ ਤੁਸੀਂ ਜਾ ਕੇ ਸ਼ੂਗਰ ਦਾ ਟੈਸਟ ਕਰਾਓ ਲੈਬ ਵਿੱਚ ਜਿਹੜਾ ਐਵਰੇਜ ਸ਼ੂਗਰ ਦਾ ਟੈਸਟ ਹੁੰਦਾ ਹੈ ਇਸ ਤਰ੍ਹਾਂ ਦੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਰੀ ਇਨਫੋਰਮੇਸ਼ਨ ਫਿਰ ਉਹ ਮੈਡੀਕਲ ਹੋਮ ਵਿੱਚ ਆਉਣਗੀਆਂ ਮੈਡੀਕਲ ਹੋਮ ਇੰਟੀਗ੍ਰੇਟ ਕਰਦਾ ਸੇਮ ਲਾਈਕ ਫੈਮਿਲੀ ਮੈਡੀਸਨ ਦਾ ਰਾਈਟ ਇਸੇ ਤਰ੍ਹਾਂ ਸਾਡਾ ਜਿਹੜਾ ਪ੍ਰਾਇਮਰੀ ਕੇਅਰ ਨੈਟਵਰਕ ਹੈ ਇੱਥੇ ਮੋਜ਼ੈਕ ਮੈਂ ਮੈਂਸ਼ਨ ਕੀਤਾ ਸੀ ਉਸ they are very much in favor of medical homes ਤੇ ਉਹਨਾਂ ਦੇ ਵੀ ਕਲੀਨਿਕ ਨੇ they support all the clinics ਹਰ ਕਲੀਨਿਕ ਵਿੱਚ ਇਨਫੋਰਮੇਸ਼ਨ ਹਰ ਕਲੀਨਿਕ ਵਿੱਚ ਅਲਾਈਡ ਮੈਡੀਕਲ ਹੈਲਥ ਦੀ ਆਪਸ਼ਨ ਦਿੱਤੀ ਜਾਂਦੀ ਹੈ ਕਿ ਤੁਸੀਂ ਡਾਇਬੈਟਿਕ ਨਰਸ ਵੀ ਰੱਖ ਸਕਦੇ ਹੋ ਡਾਈਟੀਸ਼ੀਅਨ ਵੀ ਰੱਖ ਸਕਦੇ ਹੋ ਸਾਈਕੋਲੋਜਿਸਟ ਜਾਂ ਸੋਸ਼ਲ ਵਰਕਰ ਰੱਖ ਸਕਦੇ ਹੋ ਫਾਰਮਾਸਿਸਟ ਆ ਸਕਦਾ ਹੈ and they are from primary care network so that makes a medical home ਜੀ ਬਿਲਕੁਲ ਠੀਕ ਹੈ ਤੇ ਹੁਣ ਮੇਰੇ ਕੋਲ ਸਮਾਂ ਬਹੁਤ ਜ਼ਿਆਦਾ ਨਹੀਂ ਹੈ ਤੇ ਸਾਨੂੰ ਇਹ ਦੱਸੋ ਕਿ ਜੇ ਕੋਈ ਟਿਪਸ ਲੈਣੇ ਹੋਣ ਲਾਸਟ ਮੂਮੈਂਟ ਦੇ ਵਿੱਚ ਕਿ ਸਾਨੂੰ ਕਈ ਵਾਰੀ ਇਹ ਵੀ ਸ਼ਿਕਾਇਤ ਆਉਂਦੀ ਕਿ ਡਾਕਟਰ ਸਾਨੂੰ ਮਿਲਦੇ ਨਹੀਂ ਅੱਜ ਕੱਲ੍ਹ ਟੈਲੀਫੋਨ ਤੇ ਕਹਿੰਦੇ ਗੱਲ ਕਰੋ ਤੇ ਉਹ ਵੀ ਦੱਸੋ ਸਾਨੂੰ ਕਿ ਕਿਵੇਂ ਕਰਨਾ ਐਂਡ ਫਾਈਨਲ ਵਰਡ ਸਰ ਜੀ ਤੇ ਵਿਲ ਕਮ ਟੂ ਦੈਟ ਲਾਈਕ ਜਿਹੜਾ ਕੋਵਿਡ ਨੇ ਜਿਹੜਾ ਨਾ ਕੋਰੋਨਾ ਵਾਇਰਸ ਜਿਹੜਾ ਸ਼ੁਰੂ ਹੋਇਆ ਦੇ ਚੇਂਜ ਲੋਟਸ ਆਫ ਥਿੰਗਸ ਨਾ ਕਾਫੀ ਚੀਜ਼ਾਂ ਚੇਂਜ ਹੋਈਆਂ ਵੀ ਹੈਵ ਟੂ ਬੀ ਸੇਫ ਤੁਸੀਂ ਮੈਡੀਕਲ ਕਲੀਨਿਕ ਜਾਂਦੇ ਹੋ ਠੀਕ ਹੋਣ ਵਾਸਤੇ ਇਸ ਵਾਸਤੇ ਜਾਂਦੇ ਹੋ ਤਾਂ ਅੱਗੇ ਤੁਹਾਨੂੰ ਬਿਮਾਰੀ ਦਾ ਇਲਾਜ ਕੀਤਾ ਜਾ ਸਕਦਾ ਹੈ ਨਾ ਕਿ ਇਸ ਵਾਸਤੇ ਕਿ ਤੁਸੀਂ ਬਿਮਾਰੀ ਲੈ ਕੇ ਆਓ ਇਸ ਵਾਸਤੇ ਕਰੋਨਾ ਜਦੋਂ ਆਇਆ ਤੇ ਕੋਸ਼ਿਸ਼ ਕੀਤੀ ਗਈ ਕਿ ਕਮ ਤੋਂ ਕਮ ਕੰਟੈਕਟ ਹੋਏ ਜੀ ਜੀ ਇਸ ਵਾਸਤੇ ਫੋਨ ਦਾ ਗਵਰਨਮੈਂਟ ਨੇ ਵੀ ਕਿਹਾ ਜੀ ਹਾਂ ਜੀ ਫੋਨ ਤੇ ਡਿਸਕਸ ਕਰ ਲਓ ਲੇਕਿਨ ਫੋਨ ਦਾ ਆਪਣੀ ਲਿਮਿਟੇਸ਼ਨਸ ਨੇ ਠੀਕ ਹੈ ਤੁਸੀਂ ਪੂਰੀ ਤਰ੍ਹਾਂ ਚੈਸਟ ਲੰਗ ਸੁਣਨੇ ਨੇ ਫੇਫੜਿਆਂ ਨੂੰ ਸੁਣਨਾ ਹੈ ਤੇ ਉਹ ਨਹੀਂ ਸੁਣ ਸਕਦੇ ਤੁਸੀਂ ਦਿਲ ਨੂੰ ਚੈੱਕ ਕਰਨਾ ਉਹ ਨਹੀਂ ਚੈੱਕ ਕਰ ਸਕਦੇ ਫੋਨ ਤੇ ਠੀਕ ਹੈ ਜੀ ਫੋਨ ਤੇ ਤੁਸੀਂ ਹਿਸਟਰੀ ਲੈ ਸਕਦੇ ਹੋ ਗੈਸ ਕਰ ਸਕਦੇ ਹੋ ਹਾਂ ਜੀ ਪ੍ਰੋਬਬਲੀ ਇਸ ਤਰ੍ਹਾਂ ਹੈਗਾ ਇਸ ਤਰ੍ਹਾਂ ਸੇਫ ਹੋਏਗਾ ਇਹ ਚੀਜ਼ਾਂ ਕਰਵਾਈ ਜਾ ਸਕਦੀਆਂ ਨੇ ਤੇ ਫੋਨ ਦੀ ਲਿਮਿਟੇਸ਼ਨਸ ਨੇ ਸਪੈਸ਼ਲੀ ਉਹ ਫੋਨ ਦਾ ਕੀਤਾ ਗਿਆ ਸੀ ਜਿਹੜਾ ਜਿਹਨਾਂ ਨੂੰ ਨਜ਼ਲਾ ਜ਼ੁਕਾਮ ਕੋਵਿਡ ਲਾਈਕ ਸਿੰਪਟਮਸ ਨੇ ਹੈਡੇਕ ਹੋ ਰਿਹਾ ਹੈ ਲੈਥਾਰਜੀ ਹੈ ਫੀਵਰ ਹੋ ਰਿਹਾ ਹੈ ਉਸ ਵਾਸਤੇ ਬਿਹਤਰ ਹੈ ਕਿ ਪਹਿਲਾਂ ਫੋਨ ਕਰੋ ਅੱਜ ਕੱਲ੍ਹ ਵੀ ਬਿਹਤਰ ਹੈ ਕਿ ਅਵੋਇਡ ਕੀਤਾ ਜਾਏ ਕਲੀਨਿਕ ਜਾਣਾ ਅਗਰ ਤੁਹਾਨੂੰ ਖੰਘ ਛੰਗ ਹੈ ਨਜ਼ਲਾ ਬੁਖਾਰ ਹੈ ਕੋਵਿਡ ਲਾਈਕ ਸਿੰਪਟਮਸ ਪਹਿਲਾਂ ਫੋਨ ਕਰ ਲਓ ਤੇ ਡਾਕਟਰ ਦੇ ਨਾਲ ਗੱਲ ਕਰ ਲਓ ਡਾਕਟਰ ਸਾਹਿਬ ਸਮਝਦੇ ਨੇ ਕਿ ਹਾਂ ਜੀ ਕੋਈ ਕੰਟੈਕਟ ਕੋਵਿਡ ਦੇ ਨਾਲ ਨਹੀਂ ਇਟਸ ਸੇਫ ਟੂ ਕਮ ਟੂ ਦ ਕਲੀਨਿਕ ਦੈਨ ਉਹ ਕਹਿਣਗੇ ਹਾਂ ਜੀ ਕਲੀਨਿਕ ਆ ਜਾਓ ਤੁਸੀਂ ਤੇ ਇਸੇ ਤਰ੍ਹਾਂ ਜਦੋਂ ਤੁਸੀਂ ਜਾਣਦੇ ਹੋ ਅੱਜ ਕੱਲ੍ਹ ਤੇ ਬੜਾ ਹੈਲਥ ਸਰਵਿਸ ਕੋਲੋਂ ਵੀ ਡਾਕਟਰਸ ਵੀ ਫੁੱਲ ਰਿਸਪੋਂਸਿਬਿਲਿਟੀ ਲੈ ਰਹੇ ਨੇ ਕਲੀਨਿਕ ਦੀ ਬੜੀ ਅੱਛੀ ਹੋ ਰਹੀ ਹੈ ਹਰ ਘੰਟੇ ਬਾਅਦ ਜਿਹੜਾ ਕਲੀਨਿਕ ਦੀ ਸੀਟਾਂ ਵਗੈਰਾ ਸਾਫ਼ ਹੁੰਦੀਆਂ ਨੇ ਐਗਜ਼ਾਮ ਰੂਮਸ ਹਰ ਪੇਸ਼ੈਂਟ ਦੇ ਬਾਅਦ ਸਾਫ਼ ਹੁੰਦੇ ਨੇ ਸੈਨੀਟਾਈਜ਼ ਕੀਤੇ ਜਾਂਦੇ ਨੇ ਮਾਸਕ ਸਾਰਿਆਂ ਨੂੰ ਦਿੱਤੇ ਜਾ ਰਹੇ ਨੇ ਤਾਂ ਕਿ ਮਾਸਕ ਲਾ ਕੇ ਮਰੀਜ਼ ਆਉਣ ਗਲਵਸ ਪਾਏ ਜਾ ਰਹੇ ਨੇ ਸਾਰੀ ਪ੍ਰੀਕਾਸ਼ਨਸ ਹੈ ਨੇ ਤੇ ਉਹ ਜਿਹੜਾ ਟੈਲੀਫੋਨ ਦਾ ਹੈ ਉਹ ਸਟਿਲ ਇਜ਼ ਦੇਅਰ ਠੀਕ ਹੈ ਨਾ ਲੇਕਿਨ ਅਗਰ ਤੇ ਤੁਹਾਨੂੰ ਜਾਣਾ ਇਨ ਪਰਸਨ ਇਜ਼ ਸੇਫ ਟੂ ਗੋ ਇਨ ਪਰਸਨ ਦੈਟਸ ਨਾਟ ਅ ਪ੍ਰੋਬਲਮ ਲੇਕਿਨ ਦੂਸਰਾ ਜਿਹੜਾ ਤੁਸੀਂ ਫਾਈਨਲ ਕਹਿ ਰਹੇ ਹੋ ਫਾਈਨਲ ਮੈਂ ਗੁਜ਼ਾਰਿਸ਼ ਇਹੀ ਕਰਾਂਗਾ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਇਟਸ ਆਲਵੇਜ਼ ਬੈਟਰ ਟੂ ਹੈਵ ਅ ਫੈਮਿਲੀ ਡਾਕਟਰ ਠੀਕ ਹੈ ਜੀ ਉਸਦਾ ਹੈ ਕਿ ਐਟਲੀਸਟ ਤੁਸੀਂ ਹਸਪਤਾਲ ਵੀ ਜਾਂਦੇ ਤੁਹਾਨੂੰ ਪੁੱਛਿਆ ਜਾਂਦਾ ਤੁਸੀਂ ਹੈਵ ਅ ਫੈਮਿਲੀ ਡਾਕਟਰ ਕਿ ਨਹੀਂ ਤਾਂ ਕਿ ਇਨਫੋਰਮੇਸ਼ਨ ਬੈਕ ਭੇਜੀ ਜਾ ਸਕੇ ਫੈਮਿਲੀ ਡਾਕਟਰ ਨੂੰ ਤੇ ਇਹ ਕੋਈ ਫਰਕ ਨਹੀਂ ਪੈਂਦਾ ਤੁਸੀਂ ਬੱਚੇ ਹੋ ਜਾਂ ਐਡਲਟ ਹੋ ਹੈਵ ਅ ਫੈਮਿਲੀ ਡਾਕਟਰ ਔਰ ਦੂਸਰਾ ਹੈ ਕਿ ਇਟਸ ਯੋਰ ਚੁਆਇਸ ਕਿਸ ਨੂੰ ਫੈਮਿਲੀ ਡਾਕਟਰ ਰੱਖਣਾ ਹੈ ਕਿਹੜਾ ਕਲੀਨਿਕ ਤੁਹਾਡਾ ਮੈਡੀਕਲ ਹੋਮ ਹੈ ਕਿਸ ਨੂੰ ਮੈਡੀਕਲ ਹੋਮ ਰੱਖਣਾ ਹੈ ਕਿਸ ਕੋਲ ਜਾਣਾ ਹੈ ਕਿਸ ਕੋਲ ਨਹੀਂ ਜਾਣਾ
लेकिन टेक रिस्पॉन्सिबिलिटी, डोंट गो टू डिफरेंट डॉक्टर्स। ਇਹ ਬਹੁਤ ਇੰਪੋਰਟੈਂਟ ਹੈ ਜੀ ਜੀ ਇੱਕ ਜਗ੍ਹਾ ਤੇ ਨਾ ਜਾਓ, ਕਿਉਂਕਿ ਇਸ ਤਰ੍ਹਾਂ ਹੁੰਦਾ ਨਾ, ਅੱਜ ਤੁਸੀਂ ਪੇਟ ਤੇ ਦਰਦ ਵਾਸਤੇ ਆਏ ਹੋ, ਮੇਰੇ ਕੋਲ ਆਏ ਹੋ, ਤੁਸੀਂ ਠੀਕ ਨਹੀਂ ਹੁੰਦੇ, ਇਹ ਬਿਹਤਰ ਹੈ ਕਿ ਵਾਪਸ ਮੇਰੇ ਕੋਲ ਆਓ, ਬਜਾਏ ਕਿ ਕਿਸੇ ਹੋਰ ਕੋਲ ਜਾਓ, ਨਵੇਂ ਸਿਰੇ ਤੋਂ ਸ਼ੁਰੂ ਕਰੋ। ਮੇਰੇ ਕੋਲ ਦੁਬਾਰਾ ਆਓਗੇ, ਮੈਂ ਕਹਾਂਗਾ ਹਾਂਜੀ ਇਹ ਮੈਂ ਕੀਤਾ, ਠੀਕ ਨਹੀਂ ਹੋਇਆ, ਲੈਟਸ ਡੂ ਅਲਟਰਾਸਾਊਂਡ ਕਰੋ, ਮਜ਼ੀਦ ਕੋਈ ਚੀਜ਼ ਕੀਤੀ ਜਾਏ, ਪਰ ਅਦਰਵਾਈਜ਼ ਦੇਰ ਤੁਹਾਡੀ ਡਿਲੇ ਹੋ ਜਾਏਗੀ ਤਸ਼ਖੀਸ। ਰਾਈਟ ਜੀ। ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਸ਼ਾਮਲ ਹੋਣ ਲਈ, ਬਹੁਤ ਵਿਸਥਾਰ 'ਚ ਬਹੁਤ ਡਿਟੇਲਸ ਵਿੱਚ ਸਾਡੇ ਨਾਲ ਤੁਸੀਂ ਗੱਲ ਕੀਤੀ। ਥੈਂਕ ਯੂ ਵੈਰੀ ਮਚ ਸਰ। ਅੱਜ ਦਾ ਪ੍ਰੋਗਰਾਮ ਹੁਣ ਖਤਮ ਕਰਨ ਦੀ ਆਗਿਆ ਦਿਓ ਜੀ। ਤੁਹਾਡਾ ਸਾਡਾ ਰੱਬ ਰਾਖਾ ਜੀ।